श्री नानक पुरुषोत्तमं परम परावरनाथ। जुगल चरण मम बंदना धार कर धर परमाथ। श्री नानक पुरुषोत्तमं परम परावरनाथ। जुगल चरण मम बंदना धार पर धर कर मात। श्री नानक पग पंकज बंदन पग पंकज बंदन। सिमरो अंगद दोख निकंदन। अमरदास गुर हृदय त्यावो हृदय त्यावो। श्री गुरु रामदास गुण गावो। श्री अर्जन बिघनन के नासक बिघनन के नास। श्री हर गोबिंद शुभ सुमत प्रकाश। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम कृपाला जी परम कृपाला। श्री गुरु गोबिंद सिंह बेसाला। धरो धरा पर पुन पुन सीसा जे पुन पुन सीसा। बंदो बार बार जगदीशा। इसमें अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। चौपाई। बुढ़ै बूझन कीनस तबै ग्रंथ रहै कित निस दिन अबै। जहाँ आपकी आयस होए करहैं सिख मरजादा सोए। बुढ़े बूझन कीनस तबै ग्रंथ रहै कित निस मह अबै। वाहिगुरु जी का खालसा वाहिगुरु जी की फतेह। दीन दुनिया दे मालक चबर छतर तखत दे मालक समरथ गुरु परतख गुरु। दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख जी दा सरगुण स्वरूप। दासां गरीबां सिखां सेवकां सबना दे उत्ते किरपा करन वाले धन धन अंतरजामी सच्चे पातशाह धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। बड़े ही प्यार दे नाल सारियां संगतां दोवें हाथ जोड़ के अदब सत्कार सहित गज के फतेह बुलाओ जी। वाहिगुरु जी का खालसा वाहिगुरु जी की फतेह। लड़ीवार कथा गुरु घर दा महान पवित्र इतिहास
ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਲੜੀਵਾਰ ਕਥਾ ਆਪ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਰਵਣ ਕਰ ਰਹੇ ਹੋ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਵਿੱਚ ਆਓ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਪਰਉਪਕਾਰ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਸਰੂਪ ਲਿਖਵਾਏ, ਸਿੱਖਾਂ ਨੂੰ ਰਾਮਸਰ ਜੀ ਦੀ ਧਰਤੀ ਤੇ ਮਰਿਆਦਾ ਦੱਸੀ। ਕੱਲ੍ਹ ਆਪ ਜੀ ਨੇ ਸਰਵਣ ਕੀਤਾ। ਮਹਾਰਾਜ ਜੀ ਨੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕਰਵਾਇਆ ਜੀ। ਅੱਜ ਸਿੱਖ ਸੰਗਤਾਂ ਇਸ ਦਿਨ ਨੂੰ ਗੁਰਪੁਰਬ ਦੇ ਰੂਪ ਵਿੱਚ ਵੀ ਮਨਾਉਂਦੀਆਂ ਨੇ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 2004 ਦੇ ਵਿੱਚ 400 ਸਾਲਾ ਸਿੱਖ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਮਨਾਇਆ ਸੀਗਾ ਜੀ। ਸੋ ਪਹਿਲਾ ਪ੍ਰਕਾਸ਼ ਪੁਰਬ ਮਹਾਰਾਜ ਜੀ ਨੇ ਕਰਵਾਇਆ, ਪਹਿਲਾ ਪ੍ਰਕਾਸ਼ ਕਰਾਇਆ। ਹੁਕਮਨਾਮਾ ਕਿਹਨੇ ਲਿਆ ਹੈ? ਬ੍ਰਹਮ ਗਿਆਨੀ ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਨੇ। ਬਾਬਾ ਬੁੱਢਾ ਸਾਹਿਬ ਜੀ ਦੀ ਆਵਾਜ਼ ਵਿੱਚ ਬਹੁਤ ਰਸ ਹੈ। ਹੁਕਮਨਾਮਾ ਵੀ ਐਨ ਢੁਕਵਾਂ ਸ੍ਰੀ ਪਰਮੇਸ਼ਰ ਜੀ ਨੇ ਬਖਸ਼ਿਸ਼ ਕੀਤਾ। ਸੁਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕੱਲ ਤੁਸੀਂ ਸਾਰਾ ਸਰਵਣ ਕੀਤਾ। ਮਹਾਰਾਜ ਜੀ ਨੇ ਆਪ ਵੀ ਸਿਰ ਨਵਾਇਆ ਜੀ ਹੁਕਮਨਾਮੇ ਦੀ ਸੰਪੂਰਨਤਾ ਤੇ ਜੀ। ਫਿਰ ਮਹਾਰਾਜ ਜੀ ਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਸਾਨੂੰ ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ। ਸੰਗਤ ਜੀ, ਜੀਵਨ ਵਾਲੇ ਗੁਰਸਿੱਖ ਦਾ ਅਸਰ ਪੈਂਦਾ ਹੈ ਜੀ। ਉਹਦੇ ਕੋਲ ਖਲੋਤਿਆਂ ਅਸਰ ਪੈਂਦਾ ਹੈ, ਉਹਦੀ ਆਵਾਜ਼ ਸੁਣਿਆ ਅਸਰ ਪੈਂਦਾ ਹੈ। ਬਾਬਾ ਬੁੱਢਾ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ, ਤੁਸੀਂ ਸੁਣਿਆ, ਸੰਗਤਾਂ ਧੰਨ ਧੰਨ ਕਰ ਉੱਠੀਆਂ ਜੀ। ਕਿਉਂ? ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਹਸਤੀ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਜੀ। ਗੁਰੂ ਨਾਨਕ ਸਾਹਿਬ ਜੀ ਨੇ ਬੈਠੇ ਹੋਣਾ, ਪਾਠ ਕਰਨਾ, ਬੋਲ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਪਾਠ ਨੂੰ ਸੁਣਨਾ ਜੀ। ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਹਸਤੀ ਹਨ, ਉਹ ਮਹਾਨ ਹਸਤੀ ਜੀ। ਸੰਗਤਾਂ ਧੰਨ ਧੰਨ ਕਰ ਉੱਠੀਆਂ ਜੀ। ਤੇ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਵੀ ਬਹੁਤ ਪ੍ਰਸੰਨ ਹੋਏ। ਗੁਰੂ ਅਰਜਨ ਦੇਵ ਜੀ ਨੇ ਫਿਰ ਸਿੱਖਾਂ ਨੂੰ ਦੱਸਿਆ, ਸਿੱਖੋ, ਲੋਕ ਕਹਿੰਦੇ ਸਨ ਪਰਮੇਸ਼ਰ ਬ੍ਰਹਮਪੁਰੀ ਵਿੱਚ ਹੈ, ਸ਼ਿਵਪੁਰੀ ਵਿੱਚ ਹੈ, ਬਿਸ਼ਨਪੁਰੀ ਵਿੱਚ ਹੈ, ਇੰਦਰਪੁਰੀ ਵਿੱਚ ਹੈ। ਪਰਮੇਸ਼ਰ ਸਾਰੀਆਂ ਥਾਵਾਂ ਨੂੰ ਤਿਆਗ ਕੇ ਅੱਜ ਤੋਂ ਹਰਿਮੰਦਰ ਸਾਹਿਬ ਵਿੱਚ ਵਸ ਗਏ। ਆ ਕੇ ਕਹਿਣ ਲੱਗੇ, ਲక్ష్ਮੀ ਇਸ ਅਸਥਾਨ ਦੀ ਸੇਵਾ ਕਰਿਆ ਕਰੇਗੀ। ਆਮ ਬੰਦਾ ਲక్ష్ਮੀ ਦੀ ਸੇਵਾ ਕਰਦਾ ਨਾ ਜੀ, ਲక్ష్ਮੀ ਗੁਰੂ ਰਾਮਦਾਸ ਜੀ ਦੇ ਘਰ ਦੀ ਸੇਵਾ ਕਰਦੀ ਜੀ। ਉਸ ਦਿਨ ਫਿਰ ਬਹੁਤ ਉਤਸ਼ਾਹ ਕੀਤਾ ਗਿਆ, ਬੜਾ ਚਾਅ ਮਨਾਇਆ ਗਿਆ। ਤੁਸੀਂ ਸੁਣਿਆ, ਬਹੁਤ ਜ਼ਿਆਦਾ ਪਵਿੱਤਰ ਉਸ ਸਮੇਂ ਮਾਹੌਲ ਬਣ ਗਿਆ ਜੀ। ਉਹਦਾ ਕਾਰਨ ਇਹ ਹੈ, ਬਖਸ਼ੀਆਂ ਹੋਈਆਂ ਰੂਹਾਂ ਜਿਹੜੀਆਂ ਨੇ ਨਾ, ਉੱਥੇ ਤੁਰੀਆਂ ਫਿਰ ਰਹੀਆਂ ਨੇ ਜੀ। ਇੱਕ ਤੋਂ ਇੱਕ ਬ੍ਰਹਮ ਗਿਆਨੀ ਸਿੱਖ ਉੱਥੇ ਮੌਜੂਦ ਨੇ ਜੀ। ਬ੍ਰਹਮ ਗਿਆਨੀ ਸਿੱਖ ਤਾਂ ਇੱਕ ਹੀ ਸੰਗਤ ਵਿੱਚ ਆ ਜੇ, ਸਾਰੀ ਸੰਗਤ ਦਾ ਹਿਰਦਾ ਟਿਕ ਜਾਂਦਾ। ਜਿੱਥੇ ਗੁਰੂ ਅਰਜਨ ਦੇਵ ਜੀ ਆਪ ਬੈਠੇ ਹੋਣ, ਇੱਕ ਤੋਂ ਇੱਕ ਬ੍ਰਹਮ ਗਿਆਨੀ ਗੁਰੂ ਕੇ ਸਿੱਖ ਸੰਗਤ ਵਿੱਚ ਬੈਠੇ ਹੋਣ, ਜਿਹਨੇ ਕਦੀ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਉਹਦੀ ਸੁਰਤ ਵੀ ਜੁੜ ਜਾਂਦੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਕਹੋ ਜੀ ਵਾਹਿਗੁਰੂ। ਸੋ ਬੜਾ ਚਾਅ ਮਨਾਇਆ, ਬਹੁਤ ਸ਼ਾਂਤੀ ਵਰਤੀ, ਬਹੁਤ ਉਤਸਵ ਮਨਾਇਆ ਗਿਆ। ਹੁਣ ਅੱਗੋਂ ਆਪਾਂ ਕਥਾ ਸਰਵਣ ਕਰੀਏ। ਬੜੇ ਪ੍ਰੇਮ ਵਾਲੇ ਬਚਨ ਮਹਾਨ ਕਵੀ ਸੰਤੋਖ ਸਿੰਘ ਜੀ ਨੇ ਲਿਖੇ ਹੈ। ਆਓ ਸਾਰੀ ਸੰਗਤ ਸਰਵਣ ਕਰੀਏ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ।
ਬੁੱਢੇ ਬੂਜਨ ਕੀਨਸ ਤਬੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਬੜੇ ਪ੍ਰੇਮ ਨਾਲ ਬੇਨਤੀ ਕਰਨ ਲੱਗੇ ਜੀ। ਇਹ ਉਸੇ ਦਿਨ ਦੀ ਗੱਲ ਹੈ। ਹਾਂਜੀ। ਗ੍ਰੰਥ ਰਹਿ ਕਿਤ ਨਿਸਮੈ ਅਬੈ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਰਾਤ ਨੂੰ ਗ੍ਰੰਥ ਸਾਹਿਬ ਕਿੱਥੇ ਰਿਹਾ ਕਰਨਗੇ? ਸੁਖ ਆਸਨ ਕਿੱਥੇ ਹੋਵੇਗਾ ਗ੍ਰੰਥ ਸਾਹਿਬ ਜੀ ਦਾ? ਹਾਂਜੀ। ਜਹਾਂ ਆਪ ਕੀ ਆਇਸ ਹੋਏ। ਮਹਾਰਾਜ ਗਰੀਬ ਨਵਾਜ, ਜਿੱਥੇ ਆਪ ਜੀ ਆਗਿਆ ਕਰੋ, ਜਿੱਥੇ ਆਪ ਜੀ ਹੁਕਮ ਕਰੋ। ਹਾਂਜੀ। ਕਰਹਿ ਸਿੱਖ ਮਰਜ਼ਾਦਾ ਸੋਏ। ਸਿੱਖ ਉਵੇਂ ਹੀ ਸਾਰੀ ਮਰਿਆਦਾ ਕਰਨਗੇ ਜਿਵੇਂ ਮਹਾਰਾਜ ਆਪ ਜੀ ਕਹੋ। ਸ਼੍ਰੀ ਗੁਰ ਕਹਿਓ ਪ੍ਰਭੂ ਦਰਬਾਰਾ। ਆਖੋ ਵਾਹਿਗੁਰੂ ਵਾਹਿਗੁਰੂ। ਅੱਗੇ ਪੜੋ। ਗ੍ਰੰਥ ਪਰਮੇਸ਼ਰ ਕੋ ਅਵਤਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਇਹ ਵਾਹਿਗੁਰੂ ਦਾ ਦਰਬਾਰ ਹੈ। ਕਹਿਣ ਲੱਗੇ ਹਰਮੰਦਰ ਸਾਹਿਬ, ਹਰਮੰਦਰ ਹਰੀ ਦਾ ਘਰ ਹੈ ਤੇ ਗ੍ਰੰਥ ਸਾਹਿਬ ਆਪ ਹੀ ਹਰੀ ਨੇ। ਕਹਿਣ ਲੱਗੇ ਆਪ ਹੀ ਪਰਮੇਸ਼ਰ ਦਾ ਅਵਤਾਰ ਨੇ। ਹੁਣ ਇਹ ਭਾਵਨਾ ਪੜਨੀ ਬੜੀ ਵੱਡੀ ਗੱਲ ਹੈ ਜੀ। ਹਾਂਜੀ। ਡੇਢ ਜਾਮ ਜਾਮਨ ਜਬ ਜਾਏ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਜਦੋਂ ਡੇਢ ਪੈਰ ਰਾਤ ਚਲੀ ਜਾਵੇ, ਭਾਵ ਡੇਢ ਪੈਰ ਰਾਤ ਬਤੀਤ ਹੋ ਜਾਵੇ, ਪਾਠਹਿ ਸੋਹਿਲਾ ਕੀਰਤਨ ਗਾਏ। ਉਸ ਸਮੇਂ ਫਿਰ ਕੀਰਤਨ ਸੋਹਿਲੇ ਦਾ ਪਾਠ ਕਰਨਾ। ਕਹਿਣ ਲੱਗੇ ਹਾਂਜੀ। ਤੇ ਹੁਣ ਵੇਖ ਲਈਏ ਇਹ ਮਰਿਆਦਾ ਗੁਰੂ ਘਰਾਂ ਵਿੱਚ ਅੱਜ ਪੂਰੀ ਲਾਗੂ ਨਹੀਂ ਤੇ ਹੈਗੀ। ਰਹਿਰਾਜ ਸਾਹਿਬ ਦਾ ਪਾਠ ਕਰਦੇ ਨਾਲ ਹੀ ਸੁਖ ਆਸਨ ਕਰ ਦਿੰਦੇ ਜੀ। ਮਹਾਰਾਜ ਕਹਿਣ ਲੱਗੇ ਡੇਢ ਪੈਰ ਰਾਤ ਲੰਘੇ ਤੇ ਫਿਰ ਕੀਰਤਨ ਸੋਹਿਲੇ ਦਾ ਪਾਠ ਕਰਨਾ। ਕਹਿਣ ਲੱਗੇ ਹਾਂਜੀ। ਬਾਹਰੋਂ ਲੈ ਜਾਵੋ ਅਸਵਾਰਾ। ਹਾਂਜੀ। ਜਿਸੀ ਕੋਠਰੀ ਰਹਿਨ ਹਮਾਰਾ। ਬਾਅਦ ਵਿੱਚ ਅਸਵਾਰਾ ਗ੍ਰੰਥ ਸਾਹਿਬ ਜੀ ਦਾ ਭਾਵ ਗ੍ਰੰਥ ਸਾਹਿਬ ਜੀ ਨੂੰ ਉਸ ਕੋਠੜੀ ਵਿੱਚ ਲੈ ਕੇ ਜਾਣਾ ਹੈ ਜਿਸ ਕੋਠੜੀ ਵਿੱਚ ਅਸੀਂ ਵਿਸ਼ਰਾਮ ਕਰਦੇ ਹਾਂ। ਕਹਿਣ ਲੱਗੇ ਜਿਹਨੂੰ ਅੱਜ ਸਾਰਾ ਪੰਥ ਗੁਰਦੁਆਰਾ ਕੋਠਾ ਸਾਹਿਬ ਕਹਿੰਦਾ ਹੈ ਜੀ। ਹਾਂਜੀ। ਤਹਾਂ ਨਿਵਾਸ ਕਰੋ ਜੁਤਮਾਨ। ਮਹਾਰਾਜ ਕਹਿਣ ਲੱਗੇ ਉਸ ਜਗ੍ਹਾ ਨੂੰ ਪਵਿੱਤਰ ਜਾਣ ਕੇ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਉੱਥੇ ਕਰਨਾ ਤੁਸਾਂ। ਹਾਂਜੀ। ਜਾਮ ਡੇਢ ਜਾਮਨ ਰਹਿ ਆਨ। ਹੁਣ ਫਿਰ ਧਿਆਨ ਨਾਲ ਸੁਣਿਓ। ਡੇਢ ਘੜੀ ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ। ਡੇਢ ਪੈਰ ਰਾਤ ਜਦੋਂ ਲੰਘ ਜਾਵੇ ਉਦੋਂ ਸੁਖ ਆਸਨ ਕਰਨਾ ਤੇ ਸਾਰੀ ਰਾਤ ਲੰਘ ਗਈ, ਡੇਢ ਪੈਰ ਰਾਤ ਰਹਿ ਜਾਵੇ ਉਦੋਂ ਪ੍ਰਕਾਸ਼ ਲਈ ਲੈ ਆਉਣਾ ਸਰੂਪ ਨੂੰ। ਕਹਿਣ ਲੱਗੇ ਸਾਰੀ ਮਰਿਆਦਾ ਦੱਸੀ ਮਹਾਰਾਜ ਨੇ। ਹਰਮੰਦਰ ਸਾਹਿਬ ਦੀ ਮਰਿਆਦਾ ਜਿਹੜੀ ਹੈ ਨਾ, ਇਹ ਸਤਿਗੁਰੂ ਜੀ ਨੇ ਆਪ ਬੰਨੀ ਹੈ। ਹਾਂਜੀ। ਸ੍ਰੀ ਹਰਮੰਦਰ ਤਬੈ ਇਸ਼ਨਾਨੋ। ਹਰਮੰਦਰ ਸਾਹਿਬ ਨੂੰ ਪਹਿਲਾਂ ਮਹਾਰਾਜ ਕਹਿਣ ਲੱਗੇ ਜਦੋਂ ਡੇਢ ਘੜੀ ਰਾਤ ਰਵੇ ਉਸ ਸਮੇਂ ਹਰਮੰਦਰ ਸਾਹਿਬ ਨੂੰ ਪਹਿਲਾਂ ਇਸ਼ਨਾਨ ਕਰਾਉਣਾ ਹੈ ਜੀ। ਅੱਜ ਵੀ ਵੇਖ ਲਓ ਪ੍ਰੇਮੀ ਸਿੱਖ ਪਹੁੰਚਦੇ ਇਸ਼ਨਾਨ ਕਰਾਉਣ ਵਾਸਤੇ ਜੀ। ਹਾਂਜੀ। ਫਰਸ਼ ਅਨੇਕ ਭਾਂਤ ਕੇ ਠਾਨੋ। ਅਨੇਕ ਪ੍ਰਕਾਰ ਦੇ ਫਰਸ਼ ਕਰਨੇ ਭਾਵ ਵਿਛਾਈ ਕਰਨੀ ਹੈ ਜੀ। ਬੜੀਆਂ ਸੋਹਣੀਆਂ ਚਾਦਰਾਂ ਵਿਛਾਉਣੀਆਂ ਨੇ ਮਹਾਰਾਜ ਕਹਿਣ ਲੱਗੇ। ਹਾਂਜੀ। ਦੀਪਕ ਸਦਾ ਘ੍ਰਿਤ ਕੋ ਬਾਰੋ। ਉੱਥੇ ਫਿਰ ਹਰਮੰਦਰ ਸਾਹਿਬ ਦੇ ਅੰਦਰ ਦੇਸੀ ਘਿਓ ਦਾ ਦੀਵਾ ਬਾਲਣਾ ਹੈ। ਕਹਿਣ ਲੱਗੇ ਹਾਂਜੀ। ਜਾਮ ਨਿਸਾ ਜਬ ਰਹੀ ਨਿਹਾਰੋ। ਤੇ ਜਦੋਂ ਕਹਿਣ ਲੱਗੇ ਜਾਮ ਨਿਸਾ ਜਬ ਰਹੀ ਨਿਹਾਰੋ, ਗੱਜ ਕੇ ਆਖੋ ਵਾਹਿਗੁਰੂ। ਇੱਕ ਪੈਰ ਰਾਤ ਰਹਿ ਗਈ ਹੈ, ਭਾਵ ਦਿਨ ਚੜ੍ਹਨ ਨੂੰ 3 ਕੁ ਘੰਟੇ ਪਏ ਹੈ। ਹਾਂਜੀ। ਰਾਗੀ ਆਸਾ ਵਾਰ ਸੋ ਗਾਵੇ। ਮਹਾਰਾਜ ਕਹਿਣ ਲੱਗੇ ਉਦੋਂ ਅੰਦਰ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦੇਣਾ ਜੀ। ਇਸੇ ਤਰ੍ਹਾਂ ਹੀ ਆ ਜੀ ਹੋਣਾ ਬਿਲਕੁਲ। ਡੇਢ ਪੈਰ ਰਾਤ ਰਹਿੰਦੇ ਆ, ਇਸ਼ਨਾਨ ਦੀ ਸੇਵਾ ਹੁੰਦੀ ਹੈ। ਇਸ਼ਨਾਨ ਦੀ ਸੇਵਾ ਸੰਪੂਰਨ ਹੁੰਦੀ ਹੈ। ਅੰਦਰ ਦੇਸੀ ਘਿਓ ਦਾ ਦੀਵਾ ਹੁਣ ਵੀ ਬਲਦਾ ਹੈ ਜੀ। ਕਈਆਂ ਨੂੰ ਬਹੁਤ ਸਾਧ ਸੰਗਤ ਇਸ ਗੱਲ ਤੋਂ ਅਲਰਜੀ ਦੀ ਹੁੰਦੀ ਹੈ, ਇਹ ਦੇਸੀ ਘਿਓ ਦੇ ਦੀਵੇ ਦੀ ਗੱਲ ਕਿਉਂ ਕਰਦੇ ਹੈ। ਚੇਤਾ ਰੱਖਿਓ ਇਹ ਵਾਤਾਵਰਣ ਪਵਿੱਤਰ ਕਰਨ ਵਾਸਤੇ ਹੈ। ਬਹੁਤ ਵਾਤਾਵਰਣ ਪਵਿੱਤਰ ਕਰਦਾ ਦੇਸੀ ਘਿਓ ਦਾ ਦੀਵਾ ਜੀ।
ਮਹਾਰਾਜ ਕਹਿਣ ਲੱਗੇ ਦੇਸੀ ਘਿਓ ਦਾ ਦੀਵਾ ਬਾਲ ਲੈਣਾ, ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਲੈਣਾ। ਕਹਿਣ ਲੱਗੇ ਹਾਂਜੀ, ਅਨੇਕ ਰਾਗ ਕੇ ਸ਼ਬਦ ਸੁਨਾਵਹਿ। ਆਸਾ ਜੀ ਦੀ ਵਾਰ ਦੇ ਵਿੱਚ ਫਿਰ ਰਾਗਾਂ ਦੇ ਸ਼ਬਦ ਵੀ ਪੜ੍ਹਨੇ। ਮਹਾਰਾਜ ਕਹਿਣ ਲੱਗੇ ਪੜ੍ਹਦੇ ਗੁਰੂ ਕੇ ਕੀਰਤਨੀਏ, 2 ਛੱਕੇ ਲਾ ਕੇ 1 ਛੱਕਾ ਲਾ ਕੇ ਫਿਰ ਸ਼ਬਦ ਪੜ੍ਹਦੇ ਆ। ਹਾਂਜੀ, ਦ્વੈ ਘਟਿਕਾ ਜਾਮਨ ਰਹਿ ਜਬੈ। ਤੇ ਜਦੋਂ ਫਿਰ 2 ਘੜੀਆਂ ਰਾਤ ਰਹਿ ਜਾਵੇ, 2 ਘੜੀਆਂ ਹਾਂਜੀ, ਆਨੋਹ ਸ਼੍ਰੀ ਗ੍ਰੰਥ ਸਾਹਿਬ ਤਬੈ। ਫਿਰ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣਾ। ਕਹਿਣ ਲੱਗੇ ਹਾਂਜੀ, ਕਈਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ, ਮੈਂ ਸੁਣਿਆ ਪ੍ਰੇਮੀਆਂ ਨੂੰ, ਮੈਂ ਤਾਂ ਕਹਿਣ ਲੱਗਾ। ਕਹਿੰਦੇ ਜੀ ਦਰਬਾਰ ਸਾਹਿਬ ਲੇਟ ਪ੍ਰਕਾਸ਼ ਪਤਾ ਕਿਉਂ ਹੁੰਦਾ? ਪਹਿਲਾਂ ਮਹੰਤ ਸੁੱਤੇ ਨਹੀਂ ਸੀ ਉੱਠਦੇ ਤੇ ਲੇਟ ਪ੍ਰਕਾਸ਼ ਹੁੰਦਾ ਸੀਗਾ। ਉਹ ਮਰਿਆਦਾ ਚੱਲਦੀ ਆ ਰਹੀ, ਇਹ ਸਾਡਾ ਭੁਲੇਖਾ ਹੈ। ਹਰਿਮੰਦਰ ਸਾਹਿਬ ਜੀ ਦੀ ਮਰਿਆਦਾ ਗੁਰੂ ਅਰਜਨ ਦੇਵ ਜੀ ਨੇ ਆਪ ਬੰਨੀ ਹੈ। ਹਾਂਜੀ, ਹੁਣ ਮੌਸਮ ਅਨੁਸਾਰ, ਰੁੱਤ ਅਨੁਸਾਰ ਉਹ ਰਾਤ ਦੇ ਪਹਿਰ ਜਿਹੜੇ ਆ ਉਹ ਬਦਲਦੇ ਰਹਿੰਦੇ ਆ, ਤੇ ਥੋੜ੍ਹਾ ਬਹੁਤਾ 15 ਮਿੰਟ ਅੱਧੇ ਘੰਟੇ ਦਾ ਫਰਕ ਪੈਂਦਾ ਰਹਿੰਦਾ ਹੈ ਜੀ। 1.5 ਪਹਿਰ ਰਾਤ ਰਹਿਣ ਤੇ ਧਵਾਈ ਸ਼ੁਰੂ ਹੋ ਜਾਂਦੀ ਹੈ ਜੀ। ਧਵਾਈ ਦੀ ਸੇਵਾ ਮੁਕੰਮਲ ਹੁੰਦੀ ਹੈ ਤੇ ਫਿਰ ਗੁਰੂ ਕੇ ਕੀਰਤਨੀਏ ਆਉਂਦੇ ਆਸਾ ਜੀ ਦੀ ਵਾਰ ਕਰਨ ਵਾਸਤੇ ਜੀ। ਜਦੋਂ ਆਸਾ ਜੀ ਦੀ ਵਾਰ ਆਰੰਭ ਹੁੰਦੀ ਹੈ ਨਾ, ਉਰੋਂ ਦਿਨ ਚੜ੍ਹਨ ਵਿੱਚ 3 ਘੰਟੇ ਪਏ ਹੁੰਦੇ ਨੇ ਜੀ। ਆਸਾ ਜੀ ਦੀ ਵਾਰ ਕਰਨ ਦਾ ਸਮਾਂ ਕੀ ਹੈ? ਹੁਣ ਗੁਰਮੁਖਾਂ ਨੂੰ ਪੁੱਛਿਆ ਸੀਗਾ ਆਸਾ ਜੀ ਦੀ ਵਾਰ ਕਰਨ ਦਾ ਸਮਾਂ ਕੀ ਹੈ? ਆਸਾ ਜੀ ਦੀ ਵਾਰ ਦਾ ਭੋਗ ਕਦੋਂ ਪੈਣਾ ਚਾਹੀਦਾ ਹੈ? ਬਾਬਾ ਜਵਾਲਾ ਸਿੰਘ ਜੀ ਨੂੰ ਪੁੱਛਿਆ ਸੀ। ਉਹ ਕਹਿਣ ਲੱਗੇ ਜਦੋਂ ਧਰਤੀ ਤੇ ਕੀੜੀ ਤੁਰਦੀ ਹੋਈ ਵਿਖਣ ਲੱਗ ਪਏ ਨਾ, ਫਿਰ ਆਸਾ ਜੀ ਦੀ ਵਾਰ ਦਾ ਭੋਗ ਪਾ ਦੇਣਾ ਚਾਹੀਦਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਧਰਤੀ ਤੇ ਕੀੜੀ ਤੁਰਦੀ ਉਦੋਂ ਹੀ ਵਿਖੂਗੀ ਜਦੋਂ ਸੂਰਜ ਚੜ੍ਹੇਗਾ ਜੀ। ਜਦੋਂ ਸੂਰਜ ਚੜ੍ਹੇਗਾ ਕੀੜੀ ਤੁਰਨੀ ਵਿਖਣੀ ਸ਼ੁਰੂ ਹੋ ਜਾਊਗੀ। ਮਤਲਬ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਆਸਾ ਜੀ ਦੀ ਵਾਰ ਦਾ ਭੋਗ ਪੈ ਜਾਣਾ ਚਾਹੀਦਾ ਹੈ, ਪੈ ਜਾਣਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ। ਜਾਂ ਇਉਂ ਕਹੀਏ ਵੀ ਥੋੜਾ ਸੂਰਜ ਚੜ੍ਹੇ ਤੇ ਫੇਰ ਹੀ ਕੀੜੀ ਵਿਖਦੀ ਹੈ, ਉਸ ਸਮੇਂ ਭੋਗ ਪੈ ਜਾਣਾ ਚਾਹੀਦਾ ਹੈ ਜੀ। ਹੁਣ ਦੁਪਹਿਰੇ ਵੀ ਆਸਾ ਜੀ ਦੀ ਵਾਰ ਕਰਨ ਦੇ ਹੁੰਦੇ ਆ, ਕੋ ਸਤਨਾਮ, ਤੇ ਫਿਰ ਕੰਮ ਤੇ ਆਪੇ ਹੀ ਫਿਰ ਓਨੀ ਕੀ ਚੜ੍ਹਦੀ ਕਲਾ ਹੋਣੀ ਹੈ ਨਾ। ਮਹਾਰਾਜ ਕਹਿਣ ਲੱਗੇ ਫਿਰ ਗ੍ਰੰਥ ਸਾਹਿਬ ਨੂੰ ਲੈ ਕੇ ਆਉਣਾ ਜਦੋਂ ਰਾਤ ਰਹਿਣ ਵਿੱਚ 2 ਘੜੀਆਂ ਹੀ ਰਹਿ ਜਾਣ। ਅੱਜ ਵੀ ਉਸੇ ਮਰਿਆਦਾ ਅਨੁਸਾਰ ਮਹਾਰਾਜ ਦਾ ਸਰੂਪ ਲੈ ਕੇ ਆਉਂਦੇ ਆ। ਹਾਂਜੀ, ਵਾਰ ਭੋਗ ਤੇ ਖੋਲ ਪੜੀਜੈ। ਹਾਂਜੀ, ਇਸੀ ਪ੍ਰਕਾਰ ਕਾਰ ਨਿਤ ਕੀਜੈ। ਮਹਾਰਾਜ ਕਹਿਣ ਲੱਗੇ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣਾ, ਹੁਕਮਨਾਮਾ ਲੈਣਾ। ਆਸਾ ਜੀ ਦੀ ਵਾਰ ਦੇ ਭੋਗ ਤੋਂ ਬਾਅਦ ਫਿਰ ਹੁਕਮਨਾਮਾ ਲੈਣਾ। 2 ਵਾਰ ਹੁਕਮਨਾਮਾ ਹੁੰਦਾ ਹੈ ਨਾ ਹਰਿਮੰਦਰ ਸਾਹਿਬ। ਮਹਾਰਾਜ ਕਹਿੰਦੇ ਫਿਰ ਹੁਕਮਨਾਮਾ ਲੈਣਾ। ਇਹ ਕਾਰਜ ਤੁਸਾਂ ਰੋਜ਼ ਹੀ ਕਰਨਾ ਹੈ। ਇਮ ਕਹੈ ਸ੍ਰੀ ਗੁਰ ਬੈਠ ਰਹਾਏ। ਇਸ ਤਰੀਕੇ ਦੇ ਨਾਲ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੈਠ ਗਏ, ਸੱਜ ਗਏ। ਸਾਧ ਸੰਗਤ ਜੀ ਅੱਜ ਵੀ ਜੋ ਗੁਰੂ ਅਰਜਨ ਦੇਵ ਜੀ ਮਰਿਆਦਾ ਦੱਸ ਕੇ ਗਏ ਆ, ਜਿਉਂ ਦੀ ਤਿਉਂ ਹੈ ਉਹ ਮਰਿਆਦਾ ਜੀ। ਹਾਂਜੀ, ਚੌਂਕੀ ਸੁਨੀ ਕਾਨੜਾ ਗਾਏ। ਕਾਨੜਾ ਰਾਗ ਦੀ ਚੌਂਕੀ ਮਹਾਰਾਜ ਗਰੀਬ ਨਵਾਜ ਜੀ ਨੇ ਕੀਰਤਨ ਸੁਣਿਆ। ਬਾਹਰ ਸੋਹਿਲਾ ਪਠ ਕਰ ਪਾਸ। ਫਿਰ ਸਾਧ ਸੰਗਤ ਜੀ ਸ਼ਾਮ ਦਾ ਸਮਾਂ ਹੋ ਗਿਆ, ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਕਾਨੜਾ ਰਾਗ ਗਾਇਆ ਗਿਆ। ਉਸ ਤੋਂ ਬਾਅਦ ਜਦੋਂ 1.5 ਘੜੀ ਰਾਤ ਲੰਘ ਗਈ ਹੈ, ਫਿਰ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਕੀਤਾ ਗਿਆ ਹੈ ਜੀ। ਹਾਂਜੀ, ਉਠ ਤਬ ਸਭ ਕੀਨਸ ਅਰਦਾਸ। ਸੋਹਿਲਾ ਸਾਹਿਬ ਜੀ ਦਾ ਪਾਠ ਹੋਇਆ, ਫਿਰ ਸੁਖ ਆਸਨ ਹੋਇਆ, ਤੇ ਫਿਰ ਸਾਧ ਸੰਗਤ ਦੀ ਅਰਦਾਸ ਬੇਨਤੀ ਹੋਈ ਹੈ। ਹਰਿਮੰਦਰ ਸਾਹਿਬ ਵਿੱਚ ਸੁਖ ਆਸਨ ਨਾ 5 ਬਸਤਰਾਂ ਵਿੱਚ ਕਰਦੇ ਆ ਜੀ, ਪੁਰਾਤਨ ਮਰਿਆਦਾ ਦੇ ਅਨੁਸਾਰ ਜੀ। ਹੁਣ ਵੇਖੀਦਾ ਗੁਰਦੁਆਰਿਆਂ ਵਿੱਚ ਇੱਕੋ ਬਸਤਰ 'ਚ ਸੁਖ ਆਸਨ ਕਰ ਦਿੰਦੇ ਮਹਾਰਾਜ ਦਾ ਜੀ। ਹਾਂਜੀ,
ਬੁੱਢੇ ਗ੍ਰੰਥ ਲੀਨ ਸਿਰ ਧਾਰੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਰਾਤ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੀਸ ਤੇ ਸਜਾਇਆ। ਚਾਵਰ ਕਰਹਿ ਗੁਰ ਵਾਰੰਵਾਰੀ। ਪਹਿਲਾ ਦਿਨ ਹੈ ਚੌਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਨੇ ਜੀ। ਦੁਬਾਰਾ ਪੰਕਤੀ ਪੜਿਓ। ਚਾਵਰ ਕਰੈ ਗੁਰ ਵਾਰੰਵਾਰੀ। ਤੇ ਫਿਰ ਕਵੀ ਸੰਤੋਖ ਸਿੰਘ ਲਿਖਦੇ ਗੁਰੂ ਅਰਜਨ ਸਾਹਿਬ ਬਾਰ-ਬਾਰ ਕਰ ਰਹੇ ਆ, ਹੱਥ ਰੁਕਣ ਨਹੀਂ ਦਿੰਦੇ ਜੀ। ਹਾਂਜੀ, ਵੈਸੇ ਚੌਰ ਸਾਹਿਬ ਦੀ ਮਰਿਆਦਾ ਤੇ ਇਹੋ ਹੀ ਹੈਗੀ ਜੀ। ਹੁਣ ਸਾਡੇ ਹੱਥ ਥੱਕ ਜਾਂਦੇ ਆ, ਕੀ ਕਰੀਏ। ਚੌਰ ਸਾਹਿਬ ਜਦੋਂ ਕਰਨਾ ਹੱਥ ਨਹੀਂ ਰੁਕਣਾ ਚਾਹੀਦਾ ਜੀ। ਉਹ ਗ੍ਰੰਥੀ ਸਿੰਘ ਵੀ ਰੱਖ ਕੇ ਬਹਿ ਜਾਂਦੇ ਆ, ਬਸ ਠੀਕ ਹੈ ਜੀ। ਚਬਰ ਕਰਹਿ ਗੁਰ ਬਾਰੰਬਾਰੀ। ਬਾਰ-ਬਾਰ ਚੌਰ ਸਾਹਿਬ ਕਰਦੇ, ਬਾਰ-ਬਾਰ ਮਹਾਰਾਜ ਚੌਰ ਸਾਹਿਬ ਕਰ ਰਹੇ ਆ, ਹੱਥ ਨਹੀਂ ਰੁਕਣ ਦੇ ਰਹੇ ਜੀ। ਹਾਂਜੀ, ਸੰਖਨ ਕੀ ਧੁਨ ਕੀਨ ਬਿਸਾਲਾ। ਤੇ ਫਿਰ ਜਦੋਂ ਮਹਾਰਾਜ ਚੱਲੇ ਆ ਗੁਰੂ ਗ੍ਰੰਥ ਸਾਹਿਬ ਜੀ, ਫਿਰ ਸੰਖ ਵੱਜੇ ਨੇ ਜੀ, ਬੜੀ ਧੁਨੀ ਉੱਠੀ ਐ। ਬਾਦਿਤ ਅਪਰ ਬਜੇ ਤਿਸ ਕਾਲਾ। ਕਹਿਣ ਲੱਗੇ ਹੋਰ ਦੂਸਰੇ ਵਾਜੇ ਵੀ ਉਸ ਸਮੇਂ ਵੱਜੇ ਐ। ਖੁਸ਼ੀਆਂ ਦੇ ਨਾਲ, ਚਾਉ ਦੇ ਨਾਲ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਚੱਲੇ ਹਨ। ਰਹਿ ਕੋਠਰੀ ਮੈਂ ਗੁਰ ਸਦਾ। ਔਰ ਜਿਸ ਕੋਠੜੀ ਵਿੱਚ, ਕੋਠਾ ਸਾਹਿਬ ਵਿੱਚ ਹਜੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਰਹਿੰਦੇ ਹਨ। ਗਮਨੈ ਸਦਨ ਆਪਨੇ ਕਦਾ। ਕਦੀ ਕਦੀ ਮਹਾਰਾਜ ਆਪਣੇ ਘਰ ਜਾਂਦੇ ਸਨ, ਬਹੁਤਾ ਉੱਥੇ ਹੀ ਰਾਤ ਰਹਿਣਾ ਕੋਠਾ ਸਾਹਿਬ ਦੇ ਅੰਦਰ ਜੀ। ਹਾਂਜੀ, ਤਿਹ ਸਥਾਨ ਲੈ ਕਰ ਜਬ ਗਏ। ਤੇ ਜਦੋਂ ਫਿਰ ਉਸ ਅਸਥਾਨ ਤੇ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਗਏ ਨਾ ਜੀ। ਹਾਂਜੀ, ਸੁਠ ਭਰਿਅੰਕ ਤਬ ਡਾਸਤ ਭਏ। ਮਹਾਰਾਜ ਕਹਿਣ ਲੱਗੇ ਸਾਡਾ ਪਲੰਗਾ ਉਹ ਤੇ ਅਸੀਂ ਬੈਠੇ ਆ, ਨਵਾਂ ਪਲੰਗਾ ਡਾਓ। ਕਹਿਣ ਲੱਗੇ ਗ੍ਰੰਥ ਸਾਹਿਬ ਜੀ ਵਾਸਤੇ ਜੀ ਨਵਾਂ ਵੱਡਾ ਪਲੰਗਾ ਡਾਇਆ ਗਿਆ ਜੀ। ਹਾਂਜੀ, ਸੇਜ ਬੰਦ ਗੁੰਫੇ ਬੜ ਜ਼ਰੀ। ਬਹੁਤ ਸੋਹਣਾ ਚੰਦੋਆ ਸਾਹਿਬ ਲਾਇਆ ਗਿਆ, ਸਤਿਕਾਰ ਕੀਤਾ ਗਿਆ ਜੀ ਪੂਰਾ। ਹਾਂਜੀ, ਸੁੰਦਰ ਫੁੱਲਨ ਮਾਲਾ ਧਰੀ। ਫੁੱਲਾਂ ਦੀਆਂ ਮਾਲਾਵਾਂ, ਹਾਰ ਜਿਹੜੇ ਆ ਉਹ ਸਜਾਏ ਗਏ ਚੰਦੋਆ ਸਾਹਿਬ ਦੇ ਉੱਤੇ ਜੀ। ਹਾਂਜੀ, ਤਹਾਂ ਨਿਵਾਸ ਗ੍ਰੰਥ ਕੋ ਕੀਨੋ। ਉਹ ਫਿਰ ਕਮਰਾ ਪੂਰਾ ਤਿਆਰ ਕੀਤਾ ਸੀਗਾ। ਧੰਨ ਧੰਨ ਬਾਬਾ ਬੁੱਢਾ ਸਾਹਿਬ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਭਾਏਮਾਨ ਕੀਤਾ ਜੀ। ਅੱਜ ਵੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਉੱਥੇ ਜਾ ਕੇ ਸਰੂਪ ਸੁਭਾਏਮਾਨ ਕਰਦੇ ਆ ਜੀ। ਜਿਉਂ ਦੀ ਤਿਉਂ ਮਰਿਆਦਾ ਹੈ ਜੀ। ਹਾਂਜੀ, ਸ਼੍ਰੀ ਗੁਰ ਭੂਤਲ ਨਿਕਟ ਅਸੀਨੋ। ਸਿੱਖ ਕਹਿਣ ਲੱਗੇ ਮਹਾਰਾਜ ਆਪ ਜੀ ਦਾ ਪਲੰਗਾ ਕਿੱਥੇ ਡਾਈਏ, ਕੋਠੜੀ ਛੋਟੀ ਸੀ ਨਾ। ਮਹਾਰਾਜ ਗੁਰੂ ਅਰਜਨ ਸਾਹਿਬ, ਸਾਧ ਸੰਗਤ ਜੀ, ਮਹਾਰਾਜ ਵਿੱਚ ਕਿੰਨੀ ਨਿਮਰਤਾ ਹੈ। ਮਹਾਰਾਜ ਬਾਣੀ ਦਾ ਕਿੰਨਾ ਸਤਿਕਾਰ ਕਰਦੇ ਆ, ਬੰਦਾ ਨਹੀਂ ਇੰਨਾ ਕਰ ਸਕਦਾ। ਮਹਾਰਾਜ ਆਪ ਜੀ ਕਿੱਥੇ ਆਰਾਮ ਕਰੋਗੇ। ਮਹਾਰਾਜ ਕਹਿਣ ਲੱਗੇ ਅਸੀਂ ਧਰਤੀ ਤੇ ਹੇਠਾਂ ਹੀ ਲੰਮੇ ਪੈ ਜਾਵਾਂਗੇ। ਕਹਿਣ ਲੱਗੇ ਗ੍ਰੰਥ ਸਾਹਿਬ ਜੀ ਨੂੰ ਉੱਚੀ ਥਾਂ ਤੇ, ਨੀਵੀਂ ਥਾਂ ਤੇ, ਧਰਤੀ ਤੇ ਮਹਾਰਾਜ ਆਪ ਲੰਮੇ ਪਏ। ਅੱਜ ਵੀ ਹਰਿਮੰਦਰ ਸਾਹਿਬ ਕੋਠਾ ਸਾਹਿਬ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਿਸਤਰਾ ਅੱਜ ਵੀ ਲੱਗਦਾ ਜੀ ਉੱਥੇ ਜੀ। ਗੱਜ ਕੇ ਆਖੋ ਵਾਹਿਗੁਰੂ। ਅੱਜ ਵੀ ਲੱਗਦਾ। ਤੇ ਦਾਸ ਨੂੰ ਬੜੀ ਵਾਰੀ ਸਮਾਂ ਮਿਲਿਆ ਸਾਧ ਸੰਗਤ ਜੀ ਉੱਥੇ ਜਾ ਕੇ ਉਹ ਬਿਸਤਰਾ ਲਾਉਣ ਦਾ, ਸੇਵਾ ਕਰਨ ਦਾ ਜੀ। ਅੱਜ ਵੀ ਜਿਉਂ ਦੀ ਤਿਉਂ ਹੈ। ਹਾਂਜੀ, ਕਬ ਕਬ ਸਦਨ ਆਪਨੇ ਜਾਹੇ। ਸੱਚੇ ਪਾਤਸ਼ਾਹ ਕਦੀ ਕਦੀ ਆਪਣੇ ਘਰ ਜਾਂਦੇ ਆ, ਰੋਜ਼ ਨਹੀਂ ਜਾਂਦੇ। ਹਾਂਜੀ, ਨਾਹੇ ਤਾਂ ਰਹਿ ਗ੍ਰੰਥ ਕੇ ਪਾਹੇ। ਬਹੁਤਾ ਸਮਾਂ ਸੱਚੇ ਪਾਤਸ਼ਾਹ ਗ੍ਰੰਥ ਸਾਹਿਬ ਜੀ ਦੇ ਕੋਲ ਹੀ ਰਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਕੀਮਤੀ ਵਸਤੂ ਹੈ ਨਾ, ਤੇ ਫਿਰ ਸੰਗਤ ਜੀ ਉਹਦਾ ਧਿਆਨ ਵੀ ਰੱਖਣਾ ਨਾ ਜੀ। ਤੇ ਧੰਨ ਗੁਰੂ ਅਰਜਨ ਦੇਵ ਜੀ ਆਪ ਧਿਆਨ ਰੱਖ ਕੇ ਦੱਸ ਰਹੇ ਸਿੱਖੋ, ਰਾਤ ਪਹਿਰਾ ਵੀ ਦੇਣਾ ਪਵੇ ਤੇ ਗ੍ਰੰਥ ਸਾਹਿਬ ਜੀ ਦੇ ਲਾਗੇ ਪਹਿਰਾ ਵੀ ਦੇਣਾ ਹੈ ਜੀ। ਪਹਿਰਾ ਮਹਾਰਾਜ ਆਪ ਦਿੰਦੇ ਆ। ਭਾਵਨਾ ਦੀਆਂ ਖੇਡਾਂ ਨੇ ਸੰਗਤ ਜੀ। ਤੁਸੀਂ ਕਹੋਗੇ ਗੱਲਾਂ ਦੂਜੇ ਬੰਨੇ ਲੈ ਜਾਂਦਾ ਹੈ। ਇੱਥੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਜੈਸੇ ਗੁਰਮੁਖ ਸਾਰੀ ਦਿਹਾੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਖਾ ਚੱਲਦੇ ਰਹਿੰਦੇ ਸੀਗੇ ਜੀ। ਹੁਣ ਬੰਦਾ ਕਹਿੰਦਾ ਗੁਰੂ ਨੂੰ ਕੀ ਲੋੜ ਹੈਗੀ ਏਸੀ ਦੀ, ਪੱਖਿਆਂ ਦੀ। ਇਹ ਭਾਵਨਾ ਦੀ ਖੇਡ ਹੈਗੀ ਹੈ। ਅਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਤੇ ਨਹੀਂ ਨਾ ਮਿਲੀ, ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ
ਆਪ ਸਾਰਾ ਕੁਝ ਕਰ ਰਹੇ ਜੇ, ਆਪ ਉਹ ਸਾਰੀ ਮਰਿਆਦਾ ਕਰ ਰਹੇ ਹੈ। ਹਾਂਜੀ ਸ਼੍ਰੀ ਗ੍ਰੰਥ ਸਾਹਿਬ ਕੀ ਕਥਾ, ਹਾਂਜੀ ਭਾਈ ਜਥਾ ਉਚਰੀ ਮੈਂ ਤਥਾ। ਸੋ ਕਵੀ ਸੰਤੋਖ ਸਿੰਘ ਲਿਖਦੇ ਇਸ ਤਰ੍ਹਾਂ ਰੋਜ਼ ਦੀ ਮਰਿਆਦਾ ਹੁੰਦੀ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸੀ ਉਹ ਮੈਂ ਸਾਰੀ ਤੁਹਾਨੂੰ ਦੱਸੀ ਹੈ। ਸੁਨਤ ਪਠਤ ਚਿਤ ਬਾਸ਼ਤ ਦਾਤਾ। ਕਹਿਣ ਲੱਗੇ ਜਿਹੜਾ ਸੁਣੇਗਾ ਪੜ੍ਹੇਗਾ ਉਹਨੂੰ ਮਨ ਇੱਛੇ ਫਲ ਮਿਲਣਗੇ। ਕਹਿਣ ਲੱਗੇ ਕਿਉਂ, ਉਹਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਤੇ ਬਣਨੀ ਹੈ। ਹਾਂਜੀ ਗੁਰ ਪਗ ਰਤ ਤੇ ਆਤਮ ਗਿਆਤਾ। ਕਹਿਣ ਲੱਗੇ ਗੁਰੂ ਜੀ ਦੇ ਚਰਨਾਂ ਵਿੱਚ ਉਹਦਾ ਮਨ ਜਿਹੜਾ ਉਹ ਰੰਗਿਆ ਜਾਏਗਾ, ਉਹਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਭਰੋਸਾ ਵੱਜ ਜਾਏਗਾ। ਸਾਡੇ ਵਾਸਤੇ ਸੰਗਤ ਜੀ ਸਭ ਕੁਝ ਹੀ ਗੁਰੂ ਗ੍ਰੰਥ ਸਾਹਿਬ ਹਨ। ਗੱਜ ਕੇ ਆਖੋ ਵਾਹਿਗੁਰੂ। ਇਸ ਤਰ੍ਹਾਂ ਨਹੀਂ, ਗੱਜ ਕੇ ਆਖੋ ਸਾਡੇ ਵਾਸਤੇ ਸਭ ਕੁਝ ਗੁਰੂ ਗ੍ਰੰਥ ਸਾਹਿਬ ਹਨ। ਜਿੰਨਾ ਮਾਣ ਸਤਿਕਾਰ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾਵੇ ਓਨੀ ਥੋੜ੍ਹੀ ਹੈ। ਪਰ ਤੁਸੀਂ ਬਹੁਤ ਗੱਲਾਂ ਸੁਣੀਆਂ, ਦੇਸੀ ਘਿਓ ਦਾ ਦੀਵਾ ਬਾਲਣਾ ਚਾਹੀਦਾ। ਸਾਡੀ ਢਿਲਿਆਈ ਹੈ ਸਾਧ ਸੰਗਤ ਜੀ। ਕਿਉਂ ਹਰ ਗੱਲ ਨੂੰ ਬਾਹਮਣਵਾਦ ਨਾਲ ਜੋੜ ਦਿੰਦੇ ਨਾ ਵੀ ਇਹ ਜੋਤ ਹੈ ਬਾਹਮਣਾਂ ਦੀ ਹੈ। ਏਡੀ ਕੋਈ ਗੱਲ ਨਹੀਂ ਹੈਗੀ ਜੀ, ਕੋਈ ਕਾਰਨ ਹੈ ਤਾਂ ਜਗਦਾ ਹੈ। ਸੋ ਸਿੱਖ ਜਿਹੜੇ ਕਥਾ ਸੁਣਦੇ ਆ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਭਰੋਸਾ ਵੱਜਦਾ ਹੈ ਜੀ। ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਸਾਡੇ ਲਈ ਤੇ ਸਭ ਕੁਝ ਗੁਰੂ ਗ੍ਰੰਥ ਸਾਹਿਬ ਹਨ। ਆਖੋ ਵਾਹਿਗੁਰੂ। ਆਓ ਪੰਕਤੀ ਪੜੋ, ਫਿਰ ਸਾਖੀ ਅੱਗੋਂ ਨਵੀਂ ਸ਼ੁਰੂ ਹੋ ਰਹੀ ਹੈ ਤੇ ਚਲੋ ਬੜੇ ਪਿਆਰ ਨਾਲ ਪੰਕਤੀ ਪੜੋ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਪਿਆਰੇ ਕਿਹਨੂੰ ਕਹਿਣਾ ਭਲਾ? ਬੋਲ ਕੇ ਦੱਸਿਓ ਕਿਹਨੂੰ ਕਹਿਣਾ ਪਿਆਰੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਸਭ ਕਿਛ ਤੂੰ ਮੇਰੇ ਪਿਆਰੇ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਮੈਂ ਤੁਹਾਨੂੰ ਅਚਰਜਤਾ ਦਾ ਬਚਨ ਸੁਣਾਵਾਂ। ਜਦੋਂ ਭਾਰਤ ਪਾਕਿਸਤਾਨ ਇਹਨਾਂ ਦੀ ਵੰਡ ਹੋਈ ਨਾ, ਭਾਰਤ ਦੀ ਪਾਕਿਸਤਾਨ ਦੀ, ਕੁਝ ਸਿੱਖ ਜਿਹੜੇ ਪਾਕਿਸਤਾਨ ਵਿੱਚ ਸਨ ਉਹਨਾਂ ਇੰਡੀਆ ਆਉਣਾ ਸੀਗਾ, ਭਾਰਤ ਦੀ ਧਰਤੀ ਤੇ। ਉਹਨਾਂ ਕੋਲ ਮਹਾਰਾਜ ਦੇ ਸਰੂਪ ਸੀਗੇ, ਕੁਝ ਤੇ ਉੱਥੇ ਹੀ ਛੱਡ ਆਏ। ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ ਜਿਹੜਾ ਗੱਡੇ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਇਆ ਸੀ। ਕਹਿੰਦਾ ਸੀ ਮੈਂ ਆਪਣੇ ਗੁਰੂ ਜੀ ਨੂੰ ਨਾਲ ਖੜਨਾ, ਘਰ ਦਾ ਸਮਾਨ ਕੁਝ ਨਹੀਂ ਸੀ ਲੈ ਕੇ ਆਇਆ। ਗੱਡੇ ਤੇ ਮਹਾਰਾਜ ਦਾ ਸਰੂਪ ਹੀ ਲੈ ਕੇ ਆਇਆ ਕਹਿੰਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਉਹਨੂੰ ਘਰ ਮਿਲਿਆ ਉੱਥੇ ਉਹਨੇ ਮਹਾਰਾਜ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਤੇ ਸੰਗਤ ਜੀ ਉਹਦੇ ਘਰ ਲਹਿਰਾਂ ਬਹਿਰਾਂ ਹੋ ਗਈਆਂ ਨੇ। ਤੇ ਜਿਹੜੇ ਸਰੂਪ ਮਹਾਰਾਜ ਦਾ ਉੱਥੇ ਛੱਡ ਆਏ, ਸਾਜੋ ਸਮਾਨ ਲੈ ਆਏ, ਉਹਨਾਂ ਦਾ ਕੱਖ ਨਹੀਂ ਬਣਿਆ ਨੇ। ਉਹ ਗੱਡੇ ਤੇ ਰੱਖ ਕੇ ਲੈ ਕੇ ਆਇਆ, ਕਹਿੰਦਾ ਮੇਰੇ ਲਈ ਸਭ ਕੁਝ ਹੀ ਗੁਰੂ ਗ੍ਰੰਥ ਸਾਹਿਬ ਹੈਗੇ ਆ, ਇਹ ਜਿੱਥੇ ਰਹਿਣਗੇ ਉੱਥੇ ਨਹੀਂ ਰਹਿ ਪਾਂਗੇ। ਕਹਿਣ ਲੱਗਾ ਤੇ ਆਓ ਭਾਵਨਾ ਨਾਲ ਪੰਕਤੀ ਪੜ੍ਹਦੇ ਹੋ। ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਇਹ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਬਣਾਓ। ਹੱਥ ਜੋੜੋ ਫੇਰ ਆਖੋ ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ, ਸਭ ਕਿਛ ਤੂੰ ਹੈ, ਤੂੰ
ਜਿਨ੍ਹਾਂ ਨੇ ਫਿਰ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮੰਨਿਆ, ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਕਮੀਆਂ ਨਹੀਂ ਰਹਿਣ ਦਿੱਤੀਆਂ ਨੇ। ਸੋ ਕਹਿੰਦੇ ਸੁਨਤ ਪਠਤ ਚਿਤ ਬਾਂਛਤ ਦਾਤਾ, ਗੁਰ ਪਗ ਰਤ ਤੇ ਆਤਮ ਗਿਆਤਾ। ਜਿਹੜਾ ਇਹ ਕਥਾ ਸੁਣਦਾ ਹੈ, ਪੜ੍ਹਦਾ ਹੈ, ਉਹਨੂੰ ਮਨ ਇੱਛੇ ਫਲ ਮਿਲਦੇ ਆ। ਤੇ ਨਾਲ ਕਹਿਣ ਲੱਗੇ ਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਵੀ ਮਿਲ ਜਾਂਦੀ ਹੈ ਜੀ। ਹਾਂਜੀ। ਦੋਹਰਾ ਸ੍ਰੀ ਸਤਿਗੁਰ ਇੱਕ ਦਿਨ ਥੇਰੇ, ਸੰਗਤ ਦਰਸਤ ਆਏ। ਇੱਕ ਦਿਨ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੰਗਤ ਵਿੱਚ ਬੈਠੇ ਹੋਏ ਨੇ। ਬਹੁਤ ਸਾਰੀਆਂ ਸੰਗਤਾਂ ਆਪਣੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀਆਂ ਨੇ। ਹਾਂਜੀ। ਸਿੱਖ ਤ੍ਰਿਲੋਕਾ ਨਾਮ ਜਿਸ, ਚਰਨ ਕਮਲ ਸਿਰ ਲਾਏ। ਇੱਕ ਸਿੱਖ ਉਹਨਾਂ ਸੰਗਤਾਂ ਦੇ ਵਿੱਚ ਆ ਕੇ ਰਲਿਆ ਜਿਹਦਾ ਨਾਮ ਸੀ ਭਾਈ ਤ੍ਰਿਲੋਕਾ। ਕੀ ਨਾਮ ਸੀ? ਭਾਈ ਤ੍ਰਿਲੋਕਾ ਜੀ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਿਆ। ਚੌਪਈ ਹਾਥ ਜੋੜ ਤਿਨ ਅਰਜ਼ ਗੁਜ਼ਾਰੀ। ਹੱਥ ਜੋੜ ਕੇ ਭਾਈ ਤ੍ਰਿਲੋਕਾ ਜੀ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ। ਮੈਂ ਆਇਓ ਪ੍ਰਭ ਸ਼ਰਨ ਤੁਮਾਰੀ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਸੱਚੇ ਪਾਤਸ਼ਾਹ। ਜਿਸ ਤੇ ਹੋਏ, ਜਿਸ ਤੇ ਮੇਰੋ ਹੋਏ ਕਲਿਆਣਾ। ਸੱਚੇ ਪਾਤਸ਼ਾਹ ਕਿਰਪਾ ਕਰੋ, ਐਸਾ ਕੋਈ ਬਚਨ ਦੱਸ ਦਿਓ ਮੇਰਾ ਭਲਾ ਹੋ ਜਾਏ। ਸੰਗਤ ਜੀ ਮਹਾਰਾਜ ਕੋਲ ਬਹਿੰਦਿਆਂ ਸਾਰੀ ਬੰਦੇ ਦੀ ਇਹੋ ਜਿਹੀ ਮੱਤ ਬਣ ਜਾਂਦੀ ਸੀ। ਭਾਈ ਤ੍ਰਿਲੋਕਾ ਜੀ ਕਹਿੰਦੇ ਮਹਾਰਾਜ ਮੇਰਾ ਭਲਾ ਹੋਵੇ, ਐਸਾ ਬਚਨ ਦੱਸੋ ਮੈਨੂੰ। ਜੁਗ ਲੋਕਨ ਮੈਂ ਆਨੰਦ ਮਹਾਨਾ। ਮਹਾਰਾਜ ਮੈਂ ਦੋਨਾਂ ਲੋਕਾਂ ਵਿੱਚ ਆਨੰਦ ਪਾਵਾਂ, ਦੋਵਾਂ ਲੋਕਾਂ 'ਚ ਮੈਨੂੰ ਸੁਖ ਆਨੰਦ ਬਣੇ, ਐਸਾ ਬਚਨ ਸੁਣਾਓ ਮਹਾਰਾਜ। ਅਸ ਮੁਝ ਕਉ ਦੀਜੈ ਉਪਦੇਸ਼, ਸੁਨਤ ਕਮਾਵਤ ਨਸਹਿ ਕਲੇਸ਼। ਮਹਾਰਾਜ ਜਿਹਨੂੰ ਸੁਣ ਕੇ ਕਮਾ ਕੇ ਮੇਰੇ ਮਨ ਦੀ ਪਰੇਸ਼ਾਨੀ ਦੂਰ ਹੋ ਜਾਵੇ। ਇਹਦਾ ਮਤਲਬ ਇਹ ਹੈ ਭਾਈ ਤ੍ਰਿਲੋਕਾ ਜੀ ਨੂੰ ਕੋਈ ਪਰੇਸ਼ਾਨੀ ਹੋਏਗੀ। ਕੱਚ ਕੇ ਆਖੋ ਵਾਹਿਗੁਰੂ। ਕਿਉਂ ਸੰਸਾਰ ਹੈ ਸੰਗਤ ਜੀ, ਇਹ ਪਰੇਸ਼ਾਨੀਆਂ ਦਾ ਘਰ ਹੈਗਾ। ਕੋਈ ਨਾ ਕੋਈ ਦੁੱਖ ਚੰਬੜਿਆ ਹੀ ਰਹਿੰਦਾ ਬੰਦੇ ਨੂੰ। ਇੱਕ ਦੁੱਖ ਲੱਥਦਾ ਦੂਜਾ ਚੰਬੜ ਜਾਂਦਾ ਜੀ। ਭਾਈ ਜੀ ਕਹਿੰਦੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਦੁੱਖ ਦੂਰ ਹੋ ਜਾਣ ਸੱਚੇ ਪਾਤਸ਼ਾਹ। ਹਾਂਜੀ। ਸੁਨ ਸਤਿਗੁਰ ਕਰ ਦਇਆ ਸੁਨਾਈ। ਅਸੀਂ ਵੀ ਚਾਹੁੰਦੇ ਹਾਂ ਵੀ ਸਾਡੇ ਦੁੱਖ ਦੂਰ ਹੋਣ, ਸਾਡਾ ਕਲੇਸ਼ ਦੂਰ ਹੋਵੇ, ਸਾਡਾ ਦੋਵਾਂ ਲੋਕਾਂ 'ਚ ਭਲਾ ਹੋ ਜਾਏ। ਇੱਥੇ ਜਿੰਨੇ ਆਏ ਸਭ ਦੀ ਮੰਗ ਹੈ ਤੇ ਸੱਚੇ ਪਾਤਸ਼ਾਹ ਨੇ ਦਇਆ ਕਰਕੇ ਨਾ ਭਾਈ ਤ੍ਰਿਲੋਕਾ ਜੀ ਨਾਲ ਬਚਨ ਕੀਤੇ। ਫਿਰ ਸੁਣਿਓ ਧਿਆਨ ਨਾਲ। ਸਤਨਾਮ ਸੋ ਰਹੋ ਲਿਵਲਾਈ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਤ੍ਰਿਲੋਕਿਆ ਜੇ ਸੁਖੀ ਹੋਣਾ ਚਾਹੁੰਦਾ ਹੈ ਨਾ ਤੇ ਸਤਨਾਮ ਸ੍ਰੀ ਪਰਮੇਸ਼ਰ ਦੇ ਨਾਮ ਨਾਲ ਲਿਵ ਲਾ ਲਾ ਕਹਿਣ ਲੱਗੇ। ਲਿਵ ਲਾ ਲਾ। ਜਦੋਂ ਬੰਦੇ ਦੀ ਲਿਵ ਲੱਗ ਜੇ ਨਾ ਜੀ, ਲਿਵ, ਤੇ ਫਿਰ ਲਿਵ ਦਾ ਮਤਲਬ ਹੁੰਦਾ ਇੱਕ ਰਸ। ਇਹੋ ਹੀ ਨਹੀਂ ਲੱਗਦੀ ਸਾਡੀ। ਮਹਾਰਾਜ ਕਹਿਣ ਲੱਗੇ ਨਾਮ ਨਾਲ ਲਿਵ ਲਾ। ਭਾਈ ਤ੍ਰਿਲੋਕਾ ਜੀ ਕਹਿੰਦੇ ਮਹਾਰਾਜ ਲਿਵ ਕਿਵੇਂ ਲਾਵਾਂ? ਮਹਾਰਾਜ ਕਹਿੰਦੇ ਸੁਣ ਫਿਰ। ਆਖੋ ਵਾਹਿਗੁਰੂ। ਵਾਹਿਗੁਰੂ। ਉਠਤ ਬੈਠਤ ਆਵਤ ਜਾਤੇ। ਮਹਾਰਾਜ ਕਹਿੰਦੇ ਉੱਠਦਿਆਂ ਬੈਠਦਿਆਂ ਆਉਂਦਿਆਂ ਜਾਂਦਿਆਂ। ਨਹਿ ਸਿਮਰਨ ਤਿਆਗੋ ਦਿਨ ਰਾਤੇ। ਦਿਨ ਹੋਵੇ ਰਾਤ ਹੋਵੇ ਸਿਮਰਨ ਹੀ ਕਰਦੇ ਰਿਹਾ ਕਰਕੇ। ਕਲੇਸ਼ ਤੇ ਫਿਰ ਸੰਗਤ ਦੀ ਸਿਮਰਨ ਨਹੀਂ ਦੂਰ ਕਰਨੇ। ਗੱਜ ਕੇ ਆਖੋ ਵਾਹਿਗੁਰੂ। ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਸਿਮਰਨ ਕਰਿਆ ਕਰ। ਮਹਾਰਾਜ ਕਹਿਣ ਲੱਗੇ ਪਰਮੇਸ਼ਰ ਭਾਣੇ ਕੋ ਮਾਨ। ਫਿਰ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ। ਨਾਲ ਤੇ ਤ੍ਰਿਲੋਕਿਆ ਸਿਮਰਨ ਕਰਨਾ,
ਦਿਨ ਰਾਤ ਹੀ ਕਰਨਾ, ਉੱਠਦਿਆਂ ਬੈਠਦਿਆਂ ਕਰਨਾ। ਤੇ ਦੂਜਾ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਮੰਨਣਾ ਕਹਿਣ ਲੱਗੇ, ਜੋ ਵਾਹਿਗੁਰੂ ਕਰੇ ਉਹਨੂੰ ਕਬੂਲ ਕਰਨਾ ਕਹਿਣ ਲੱਗੇ। ਹਾਂਜੀ, ਹਰ ਖੋਹ ਭਲੀ ਕਰੈ ਇਮ ਜਾਨ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਤਲੋਕੇ ਦਿਨ ਰਾਤ ਜਪਣਾ ਨਾਮ, ਰੱਬ ਦਾ ਭਾਣਾ ਮਿੱਠਾ ਕਰਕੇ ਮੰਨਣਾ। ਜੇ ਕੋਈ ਗੱਲ ਤੇਰੇ ਅਨੁਕੂਲ ਨਾ ਹੋਵੇ ਤੇ ਗਿਲਾ ਨਹੀਂ ਕਰਨਾ, ਇਹ ਸੋਚਣਾ ਇਹ ਕੰਮ ਜੋ ਰੱਬ ਨੇ ਕੀਤਾ ਇਹਦੇ ਵਿੱਚ ਵੀ ਮੇਰਾ ਭਲਾ ਹੀ ਹੈ, ਇਹਦੇ ਵਿੱਚ ਵੀ ਮੇਰਾ। ਮੈਂ ਵੇਖਿਆ ਜੀ ਬੜੇ ਗੁਰਮੁਖਾਂ ਨੂੰ ਕੋਈ ਇਹੋ ਜਿਹਾ ਕੰਮ ਹੋ ਜੇ ਜਿਹੜਾ ਉਹਨਾਂ ਅਨੁਸਾਰ ਚੰਗਾ ਨਾ ਹੋਵੇ, ਸੰਭਲ ਜਾਂਦੇ ਜੀ। ਉਹ ਕਹਿੰਦੇ ਕੋਈ ਨਹੀਂ, ਇਹਦੇ ਵਿੱਚ ਹੀ ਭਲਾ ਹੈਗਾ ਕਹਿਣ ਲੱਗੇ। ਦੋਸ਼ ਆਰੋਪੋ ਕੋਈ ਨਾ ਪ੍ਰਭ ਮੈਂ। ਮਹਾਰਾਜ ਕਹਿੰਦੇ ਤਲੋਕੇ ਸਿਮਰਨ ਕਰਦਿਆਂ ਕਰਦਿਆਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਕਦੀ ਰੱਬ ਵਿੱਚ ਦੋਸ਼ ਨਹੀਂ ਕੱਢਣਾ ਕਹਿਣ ਲੱਗੇ। ਰੱਬ ਦੇ ਉੱਤੇ ਕਦੀ ਮਿਹਣਾ ਨਹੀਂ ਮਾਰਨਾ, ਰੱਬ ਵਿੱਚ ਦੋਸ਼ ਨਹੀਂ ਕੱਢਣਾ, ਗਲਤੀ ਨਹੀਂ ਕੱਢਣੀ ਰੱਬ ਦੀ। ਤੇ ਮੈਂ ਵੇਖਿਆ ਸੰਸਾਰ 'ਚ ਬਹੁਤ ਸਾਰੇ ਲੋਕ ਕਹਿੰਦੇ ਰੱਬ ਨੇ ਚੰਗਾ ਨਹੀਂ ਕੀਤਾ, ਇੰਜ ਕਹਿੰਦੇ ਕਦੀ ਰੱਬ ਦਾ ਦੋਸ਼ ਗਲਤੀ ਨਹੀਂ ਕੱਢਣੀ ਰੱਬ ਦੀ। ਹਾਂਜੀ, ਜੋ ਵਿਆਪਕ ਨਭ ਕੀ ਸਮ ਸਭ ਮੈਂ। ਉਹ ਵਾਹਿਗੁਰੂ ਆਕਾਸ਼ ਜਿਵੇਂ ਸਭ ਥਾਵਾਂ ਤੇ ਵਿਆਪਕ ਹੈ ਨਾ, ਵਾਹਿਗੁਰੂ ਵੀ ਉਵੇਂ ਸਭ ਥਾਵਾਂ ਤੇ ਵਿਆਪਕ ਹੈ। ਗੱਜ ਕੇ ਆਖੋ। ਜੋ ਮੇਰਾ ਵਾਹਿਗੁਰੂ ਕਰੇ ਭਲਾ ਜਾਣਨਾ ਭਲਾ। ਸੰਗਤ ਜੀ ਕਹਿਣਾ ਬੜਾ ਸੌਖਾ, ਮੰਨਣਾ ਬੜਾ ਔਖਾ ਜੀ। ਪਰਮੇਸ਼ਰ ਦੇ ਭਾਣੇ ਨੂੰ ਉਹੋ ਹੀ ਮਿੱਠਾ ਕਰਕੇ ਮੰਨ ਸਕਦਾ ਜਿਹੜਾ ਨਾਮ ਜਪਦਾ, ਦੂਜਾ ਨਹੀਂ ਤੇ ਮੰਨ ਸਕਦਾ। ਦੋਵੇਂ ਜੀ ਇਕੱਠੇ ਰੋਜ਼ ਨਿਤਨੇਮ ਕਰਦੇ। ਸੱਚੀ ਘਟਨਾ ਦੱਸਣ ਲੱਗਾ, ਦੋਵੇਂ ਜੀ ਇਕੱਠੇ ਰੋਜ਼ ਨਿਤਨੇਮ ਕਰਦੇ। ਇਸ਼ਨਾਨ ਕੀਤਾ ਜੀ, ਬੇਬੀ ਆ ਕੇ ਨਿਤਨੇਮ ਤੇ ਬੈਠ ਗਈ। ਪਤੀ ਆ ਕੇ ਨਿਤਨੇਮ ਕਰਨ ਲੱਗਾ, ਬੈਠਿਆ ਤੇ ਚਾਲਾ ਮਾਰ ਗਿਆ ਜੀ। ਤੇ ਬੇਬੀ ਜਿਹਦਾ ਘਰ ਵਾਲਾ ਚਾਲਾ ਮਾਰ ਜੇ ਤੇ ਹੋਵੇ ਵੀ ਅਜੇ ਜਵਾਨੀ ਦੀ ਅਵਸਥਾ 'ਚ, ਪਿਆਰਿਓ ਰੋਂਦੀ ਹੈ, ਧੋਂਦੀ ਹੈ, ਕਈ ਕੁਛ ਕਰਦੀ ਹੈ। ਬੇਬੀ ਨੇ ਉਹਦੇ ਮਿਰਤਕ ਸਰੀਰ ਦੇ ਲਾਗੇ ਬਹਿ ਕੇ ਸਾਰਾ ਪਾਠ ਸੰਪੂਰਨ ਕੀਤਾ ਜੀ। ਗੱਜ ਕੇ ਆਖੋ ਨਿਤਨੇਮ ਸੰਪੂਰਨ ਕਰਕੇ ਨਾ ਜੀ, ਨਿਤਨੇਮ ਸੰਪੂਰਨ ਕਰਕੇ ਫਿਰ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਵੀ ਚਾਲਾ ਮਾਰ ਗਏ ਨੇ। ਹਾਂਜੀ, ਇਹ ਸੰਗਤ ਜੀ ਬਿਨਾਂ ਨਾਮ ਤੋਂ ਨਹੀਂ ਹੋ ਸਕਦਾ ਜੀ। ਹਾਂਜੀ, ਤਨ ਹੰਤਾ ਕੋ ਤਜ ਅਭਿਆਸ। ਹੌਲੀ ਹੌਲੀ ਮਹਾਰਾਜ ਕਹਿਣ ਲੱਗੇ ਤਨ ਹੰਤਾ ਛੱਡ ਦੇਣੀ, ਸਰੀਰ ਦਾ ਮਾਣ ਵੀ ਛੱਡ ਦੇਣਾ ਕਹਿਣ ਲੱਗੇ। ਗੱਜ ਕੇ ਆਖੋ। ਅਜੇ ਤੇ ਸਰੀਰ ਦਾ ਮਾਣ ਹੈਗਾ, ਸੋਹਣੇ ਲੱਗੀਏ, ਚੰਗੇ ਲੱਗੀਏ, ਸਰੀਰ ਵਧੀਆ ਲੱਗੇ ਸਾਡਾ। ਮਹਾਰਾਜ ਕਹਿੰਦੇ ਨਾਮ ਜਪਦਿਆਂ ਜਪਦਿਆਂ ਹੌਲੀ ਹੌਲੀ ਸਰੀਰ ਦਾ ਮਾਣ ਵੀ ਛੱਡ ਦੇਣਾ। ਹਾਂਜੀ, ਸਨੈ ਸਨੈ ਲਖ ਰੂਪ ਪ੍ਰਕਾਸ਼। ਸਹਿਜੇ 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 ਤੁਹਾਡੇ ਵਿੱਚ ਵਾਹਿਗੁਰੂ ਦਾ ਰੂਪ ਜਿਹੜਾ ਉਹ ਪ੍ਰਕਾਸ਼ ਵਸੇਗਾ ਕਹਿਣ ਲੱਗੇ। ਹੌਲੀ ਹੌਲੀ ਸਾਰਿਆਂ ਵਿੱਚ ਵਿਖੇਗਾ ਵਾਹਿਗੁਰੂ, ਸਾਰਿਆਂ ਵਿੱਚ ਵਿਖੇਗਾ। ਹਾਂਜੀ, ਰਹੋ ਅਹਿੰਸ ਕਰ ਸਭ ਪਰ ਦਇਆ। ਹਿੰਸਾ ਨਹੀਂ ਕਰਨੀ ਮਹਾਰਾਜ ਕਹਿਣ ਲੱਗੇ। ਤਲੋਕੇ ਦਇਆ ਹੀ ਕਰਨੀ, ਤਰਸੀ ਕਰਨਾ ਸਾਰਿਆਂ ਤੇ। ਅੱਛਾ ਚੇਤਾ ਰੱਖਿਓ, ਜਿਹੜਾ ਦੂਜਿਆਂ ਤੇ ਤਰਸ ਕਰੇਗਾ ਨਾ, ਨਾਮ ਜਪਣ ਵਿੱਚ ਉਹਦੀ ਤਰੱਕੀ ਹੋਏਗੀ। ਗੱਜ ਕੇ ਆਖੋ ਵਾਹਿਗੁਰੂ। ਦੂਜਿਆਂ ਉੱਤੇ ਤਰਸ ਕਰਨ ਵਾਲੇ ਅੰਦਰ ਨਾਮ ਜਪਣ ਚ ਤਰੱਕੀ ਹੁੰਦੀ ਸਾਧ ਸੰਗਤ ਜੀ। ਹਾਂਜੀ, ਕਿਸ ਕੋ ਨਹੀਂ ਦੁਖਾਵੋ ਹਿਆ। ਮਹਾਰਾਜ ਕਹਿੰਦੇ ਕੋਸ਼ਿਸ਼ ਕਰਨੀ ਕਿਸੇ ਦਾ ਮਨ ਨਹੀਂ ਦਿਖਾਉਣਾ। ਇਹ ਪਰਹੇਜ ਨੇ ਸਾਰੇ। ਦਵਾਈ ਖਾ ਕੇ ਪਰਹੇਜ ਕਰਨਾ ਪੈਂਦਾ, ਨਾਮ ਜਪ ਕੇ ਪਰਹੇਜ ਕਰਨੇ ਪੈਂਦੇ। ਇਹ ਗੱਲਾਂ ਮੰਨਣੀਆਂ ਸ਼ੁਰੂ ਕਰ ਦਿਓ, ਤੁਸੀਂ ਥੋੜੇ ਦਿਨ ਨਾਮ ਜਪ ਕੇ ਵੇਖਿਓ, ਤੁਹਾਡੀ ਤਰੱਕੀ ਹੋਣੀ ਸ਼ੁਰੂ ਹੋ ਜਾਏਗੀ।
ਜਥਾ ਲਾਭ ਕੀਜੈ ਸੰਤੋਸ਼ਾ। ਜਿੰਨਾ ਕੁ ਮਾਇਆ ਮਿਲੀ ਹੈ ਸੰਤੋਖ ਰੱਖਣਾ ਹੈ। ਲੋਭੀ ਬੰਦਾ ਨਾਮ ਦਾ ਰਸ ਨਹੀਂ ਤੇ ਲੈ ਸਕਦਾ। ਤੁਸੀਂ ਕਹੋ ਵੀ ਵਾਹਿਗੁਰੂ 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 ਜਪੀਏ ਸਾਨੂੰ ਰਸ ਆਵੇ ਤੇ ਲਾਲਚ ਵੀ ਹੋਵੇ, ਲੋਭੀ ਬੰਦਾ ਨਾਮ ਦਾ ਰਸ ਨਹੀਂ ਲੈ ਸਕਦਾ। ਆਖੋ ਵਾਹਿਗੁਰੂ। ਤਜਹੋ ਵਿਕਾਰ ਆਦ ਜੇ ਰੋਸਾ। ਲੋਭੀ ਬੰਦਾ ਨਾਮ ਦਾ ਰਸ ਨਹੀਂ ਲੈ ਸਕਦਾ। ਤੇ ਮਹਾਰਾਜ ਕਹਿਣ ਲੱਗੇ ਇਸ ਕਰਕੇ ਸੰਤੋਖ ਰੱਖਣਾ ਹੈ। ਸੰਤੋਖ ਰੱਖੇ, ਕਿਸੇ ਦਾ ਮਨ ਨਾ ਦੁਖਾਵੇ, ਪਰਮੇਸ਼ਰ ਦਾ ਭਾਣਾ ਮੰਨੇ ਤੇ ਰਾਤ ਦਿਨ ਜਪੇ ਨਾਮ, ਤਰੱਕੀ ਹੋਏਗੀ। ਮਹਾਰਾਜ ਕਹਿੰਦੇ ਫਿਰ ਹੌਲੀ ਹੌਲੀ ਵਿਕਾਰ ਆਪੇ ਹੀ ਛੁੱਟ ਜਾਣੇ, ਰੋਸ ਵੀ ਆਪੇ ਹੀ ਛੁੱਟ ਜਾਣਾ, ਕ੍ਰੋਧ ਵੀ ਆਪੇ ਛੁੱਟ ਜਾਂਦਾ ਜੀ ਇਹੋ ਜਿਹੇ ਬੰਦੇ ਦੇ ਅੰਦਰ। ਪਰ ਕਰੀਏ ਕੀ, ਬਾਣੀ ਵੀ ਪੜ੍ਹ ਲਾਂਗੇ, ਨਾਮ ਵੀ ਜਪ ਲਾਂਗੇ, ਪਰਹੇਜ ਨਹੀਂ ਰੱਖਿਆ ਜਾਂਦਾ। ਇਮ ਸਤਿਗੁਰ ਤੇ ਲੈ ਉਪਦੇਸ਼। ਲਓ ਜੀ, ਕੀ ਨਾਮ ਸੀ ਸਿੱਖ ਦਾ? ਭਾਈ ਤ੍ਰਿਲੋਕਾ ਜੀ ਨੇ ਗੁਰੂ ਜੀ ਦੇ ਬਚਨ ਸੁਣੇ, ਗੁਰੂ ਅਰਜਨ ਦੇਵ ਜੀ। ਜਦੋਂ ਜਿਵੇਂ ਜਿਵੇਂ ਮਹਾਰਾਜ ਨੇ ਬੋਲਿਆ ਉਵੇਂ ਉਵੇਂ ਭਾਈ ਤ੍ਰਿਲੋਕੇ ਦੇ ਮਨ 'ਚ ਗੱਲਾਂ ਵਸ ਗਈਆਂ ਜੀ। ਹਾਂਜੀ, ਗਮਨਿਓ ਗਜ਼ਨੀ ਆਪਣੋ ਦੇਸ਼। ਤੇ ਭਾਈ ਤ੍ਰਿਲੋਕਾ ਜੀ ਗਜਨੀ ਚੋਂ ਆਏ ਸਨ, ਗਜਨੀ ਵਿੱਚੋਂ ਜੀ। ਗਜਨੀ ਵਾਪਸ ਚਲੇ ਗਏ ਤੇ ਫਿਰ ਕਰਦੇ ਕੀ ਹੈ ਜੀ? ਵਾਹਿਗੁਰੂ 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 ਵਾਹਿਗੁਰੂ। ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਮਨ ਨਾ ਦਿਖਾਇਆ ਕਰਨ, ਲਾਲਚ ਨਾ ਕਰਿਆ ਕਰਨ। ਹਾਂਜੀ, ਪਰਮੇਸ਼ਰ ਦਾ ਭਾਣਾ ਮੰਨਿਆ ਕਰਨ, ਸੰਤੋਖ ਰੱਖਿਆ ਕਰਨ। ਹਾਂਜੀ, ਮੁਗਲ ਚਾਕਰੀ ਤਹਾਂ ਕਰੰਤਾ। ਉਥੇ ਗਜਨੀ ਦੇ ਵਿੱਚ ਭਾਈ ਤ੍ਰਿਲੋਕੇ ਦੀ ਜਿਹੜੀ ਡਿਊਟੀ ਸੀ ਨਾ, ਨੌਕਰੀ ਸੀ, ਇੱਕ ਮੁਗਲ ਬਾਦਸ਼ਾਹ ਦੀ ਨੌਕਰੀ ਕਰਦਾ ਸੀ। ਚੇਤਾ ਰੱਖਿਓ, ਨਾਮ ਜਪਣ ਵਿੱਚ ਜੋ ਅਸੀਂ ਕੰਮਕਾਰ ਕਰਦੇ ਹਾਂ ਉਹਦਾ ਵੀ ਅਸਰ ਹੈਗਾ। ਸਾਰੀ ਦਿਹਾੜੀ ਝੂਠ ਬੋਲ ਕੇ ਬੰਦਾ ਆਖੇ ਜੀ ਮੇਰਾ ਤੇ ਕੰਮ ਹੀ ਹੁਣ ਝੂਠ ਬੋਲਣਾ ਹੈ, ਨਹੀਂ, ਉਹ ਕੰਮ ਨਹੀਂ ਕਰਨਾ। ਵਾਹਿਰ ਅਰੂਢ ਹੈ ਸੰਗ ਰਹੰਤਾ। ਨੌਕਰੀ ਕਰਦਾ ਸੀ, ਘੋੜਸਵਾਰੀ ਕਰਦਾ ਸੀਗਾ ਭਾਈ ਤ੍ਰਿਲੋਕਾ ਜੀ। ਬਾਦਸ਼ਾਹ ਦੇ ਨਾਲ ਘੋੜਸਵਾਰੀ ਕਰਦੇ ਸਨ। ਹਾਂਜੀ, ਲੇਤ ਰਜਤਪਣ ਨਿਤ 50। ਉਹ ਫਿਰ 50 ਰੁਪਏ ਉਸ ਸਮੇਂ ਲੈਂਦੇ ਹੁੰਦੇ ਸੀ ਇਸ ਕੰਮ ਦੀ ਤਨਖਾਹ। ਆਯੁਧ ਧਰੇ ਰਹਿਤ ਤਿਸ ਪਾਸ। ਭਾਈ ਤ੍ਰਿਲੋਕਾ ਜੀ ਨੇ ਸਦਾ ਸ਼ਸਤਰ ਧਾਰ ਕੇ, ਸ਼ਸਤਰਾਂ ਬਸਤਰਾਂ ਨਾਲ ਪੂਰੇ ਤਿਆਰ ਹੋ ਕੇ ਬਾਦਸ਼ਾਹ ਦੇ ਨਾਲ ਰਹਿਣਾ। 50 ਰੁਪਏ ਤਨਖਾਹ ਮਿਲਦੀ ਹੁੰਦੀ ਸੀ। ਚੜ੍ਹਿਓ ਮੁਗਲ ਇੱਕ ਦਯੋਸ ਸ਼ਿਕਾਰ। ਜਿਸ ਦੇ ਨਾਲ ਭਾਈ ਤ੍ਰਿਲੋਕਾ ਜੀ ਦਾ ਸੰਬੰਧ ਸੀ ਨਾ, ਇੱਕ ਦਿਨ ਉਹ ਬਾਦਸ਼ਾਹ, ਮੁਗਲ ਬਾਦਸ਼ਾਹ ਸ਼ਿਕਾਰ ਖੇਡਣ ਵਾਸਤੇ ਤੁਰਿਆ ਜੀ। ਹਾਂਜੀ, ਸੰਗ ਤ੍ਰਿਲੋਕਾ ਅਸ ਅਸਵਾਰ। ਭਾਈ ਤ੍ਰਿਲੋਕਾ ਜੀ ਵੀ ਘੋੜੇ ਤੇ ਨਾਲ ਸਵਾਰ ਨੇ, ਨਾਲ ਜਾ ਰਹੇ ਨੇ। ਮੁਗਲ ਅਗਾਰੀ ਮ੍ਰਿਗਨ ਪਲਾਈ। ਤੇ ਮੁਗਲ ਅਗਾਰੀ ਮ੍ਰਿਗਨ ਪਲਾਈ। ਮੁਗਲ ਦੇ ਅੱਗੇ ਇੱਕ ਹਿਰਣੀ ਦੌੜਦੀ ਜਾ ਰਹੀ ਸੀ। ਕੌਣ ਦੌੜਦੀ ਜਾ ਰਹੀ ਹੈ? ਪਿੱਛੇ ਲਾਗੇ ਤੁਰੰਗ ਧਵਾਈ। ਉਹਨੇ ਮੁਗਲ ਨੇ ਆਖਿਆ ਵੀ ਪਿੱਛੇ ਘੋੜਾ ਭਜਾ। ਮੁਗਲ ਵੀ ਘੋੜਾ ਭਜਾ ਰਿਹਾ, ਇਹ ਵੀ ਘੋੜਾ ਭਜਾ ਰਿਹਾ ਭਾਈ ਤ੍ਰਿਲੋਕਾ ਜੀ। ਜਬ ਹੈ ਤਿਲੋਕੇ ਕੀ ਨਸਨੇਰ। ਹਿਰਣੀ ਥੱਕ ਗਈ ਜੀ। ਕਿਉਂ? ਹਿਰਣੀ ਗਰਭਵਤੀ ਸੀ। ਹਿਰਣੀ ਗਰਭਵਤੀ ਸੀ। ਹੁਣ ਗਰਭਵਤੀ ਹਿਰਣੀ ਹੈ, ਉਹਨੂੰ ਪਤਾ ਮੇਰੇ ਪਿੱਛੇ ਮੌਤ ਆ ਰਹੀ ਹੈ। ਕਿੰਨਾ ਕੁ ਭੱਜਣਾ ਸੀ ਉਹਨੇ? ਜ਼ਿਆਦਾ ਨਹੀਂ ਭੱਜਿਆ ਗਿਆ। ਭਾਈ ਤ੍ਰਿਲੋਕਾ ਜੀ ਉਹਦੇ ਨੇੜੇ ਹੋ ਗਏ। ਹੈ ਨਾਮ ਜਪਣ ਵਾਲੇ ਸੀਗੇ। ਘੋੜਾ ਮਿਲਿਓ ਨਿਕਟ ਤਬ ਹੇਰ। ਘੋੜਾ ਜਿਹੜਾ ਸੀਗਾ ਉਹ ਹਿਰਣੀ ਦੇ ਨੇੜੇ ਪਹੁੰਚ ਗਿਆ। ਹਾਂਜੀ, ਖੈਂਚ ਖੜਗ ਕੋ ਤਾਂ ਪਰ ਝਾਰਾ। ਗੱਜ ਕੇ ਆਖੋ।
ਤੇ ਸੰਗਤ ਜੀ ਲੱਕ ਵਾਲੇ ਪਾਸੇ ਭਾਈ ਤਲੋਕੇ ਨੇ ਤਲਵਾਰ ਚਲਾਈ ਤੇ ਹਿਰਣੀ ਮਾਰ ਦਿੱਤੀ ਜੀ। ਬਿਲਕੁਲ ਘੋੜਾ ਉਹਦੇ ਬਰਾਬਰ ਕੀਤਾ, ਗਰਭਵਤੀ ਸਿਰ ਕੋ ਭੱਜਿਆ ਨਾ ਗਿਆ। ਹੁਣ ਇਹ ਨਾਮ ਜਪਣ ਵਾਲੇ ਸੀਗੇ। ਹਾਂਜੀ, ਮਿਰਗਨੀ ਗਰਭ ਦੁਧਾ ਕਰ ਡਾਰਾ। ਤੇ ਉਹ ਜਦੋਂ ਤਲਵਾਰ ਵੱਜੀ ਨਾ ਜੀ ਬੜੀ ਜ਼ੋਰ ਦੀ, ਹਿਰਨੀ ਦੇ ਟੋਟੇ ਹੋ ਗਏ ਤੇ ਗਰਭ ਦੇ ਵੀ ਟੋਟੇ ਹੋ ਗਏ ਜੀ। ਹਾਂਜੀ, ਜੁਗ ਅਰਭਕ ਵਿੱਚ ਤੇ ਗਿਰ ਪਰੇ। ਦੋ ਬੱਚੇ ਜਿਹੜੇ ਹਿਰਣੀ ਦੇ ਸੀ ਨਾ ਜੀ, ਉਹ ਗਰਭ ਵਿੱਚੋਂ ਨਿਕਲ ਕੇ ਧਰਤੀ ਤੇ ਡਿੱਗ ਗਏ ਜੀ। ਇਹ ਸਭ ਕੁਝ ਭਾਈ ਤਲੋਕੇ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਜੀ। ਹਾਂਜੀ, ਕਿਤਕ ਕਾਲ ਮੈਂ ਤਰਫਤ ਮਰੇ। ਭਾਈ ਤਲੋਕਾ ਜੀ ਕੀ ਵੇਖਦੇ ਆ, ਉਹ ਬੱਚੇ ਜਿਹੜੇ ਆ ਤੜਪਣ ਦਏ ਆ, ਤਲੋਕਾ ਜੀ ਖਲੋ ਕੇ ਵੇਖਦੇ ਤਾਂ ਤੜਪਦੇ ਤੜਪਦੇ ਬੱਚੇ ਮਰ ਗਏ ਜੀ, ਜਿਨ੍ਹਾਂ ਦਾ ਅਜੇ ਜਨਮ ਵੀ ਨਹੀਂ ਸੀ ਹੋਇਆ, ਛੋਟੇ ਛੋਟੇ ਸਨ। ਦੇਖ ਤੇ ਲੋਕੇ ਕਰੁਣਾ ਠਾਨੀ। ਭਾਈ ਤਲੋਕਾ ਜੀ ਨੇ ਜਦੋਂ ਵੇਖਿਆ ਮੇਰੇ ਕੋਲੋਂ ਕੀ ਹੋ ਗਿਆ, ਤਰਸ ਹੀ ਆ ਗਿਆ ਜੀ। ਨਾਮ ਜਪਣ ਵਾਲੇ ਬੰਦੇ ਅੰਦਰ ਤਰਸ ਆਉਂਦਾ ਜੀ। ਹੇ ਮੇਰੇ ਵਾਹਿਗੁਰੂ, ਜਿਹੜੇ ਨਾਮ ਨਹੀਂ ਜਪਦੇ ਉਹਨਾਂ ਤੇ ਕੋਈ ਤਰਸ ਨਹੀਂ ਹੁੰਦਾ ਜੀ। ਉਹਨਾਂ ਨੂੰ ਚੀਨ ਵਰਗੇ ਦੇਸ਼ਾਂ 'ਚ ਮੈਂ ਸੁਣ ਕੇ ਹੈਰਾਨ ਹੋ ਗਿਆ। ਕਹਿੰਦੇ ਆ ਬੀਬੀਆਂ ਦਾ ਗਰਭ ਖਰੀਦ ਲੈਂਦੇ ਆ, ਜਦੋਂ ਬੱਚਾ 5 ਕੁ ਮਹੀਨਿਆਂ ਦਾ ਹੁੰਦਾ ਹੈ ਨਾ, ਉਹਨੂੰ ਕਢਾ ਕੇ ਖਾਂਦੇ ਨੇ ਇਨਸਾਨਾਂ ਦੇ ਬੱਚੇ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਤਰਸ ਨਹੀਂ ਹੁੰਦਾ ਜੀ। ਧੌਲ ਧਰਮ ਦਇਆ ਕਾ ਪੂਤ। ਬੜਾ ਉਹਨੂੰ ਤਰਸ ਆਇਆ ਵੀ ਇਹ ਮੇਰੇ ਕੋਲੋਂ ਕੀ ਹੋ ਗਿਆ। ਤਿਕ ਤਿਕ ਆਪਣੇ ਕਰਮ ਬਖਾਨੀ। ਨਾਮ ਜਪਦੇ ਸਨ, ਆਪਣੀ ਗਲਤੀ ਸਾਹਮਣੇ ਆ ਗਈ, ਤਿਰਕਾਰ ਕੀਤੀ ਭਾਈ ਤਲੋਕੇ ਨੇ ਆਪਣੇ ਤੇ। ਲਾਨਤ ਹੈ ਤਲੋਕਿਆ ਤੇਰੇ ਤੇ, ਇੰਨਾ ਮਾੜਾ ਕੰਮ ਕਰਤਾ ਸੀ। ਐਸੋ ਪਾਪ ਅਚਾਨਕ ਲਏ। ਮਨ 'ਚ ਸੋਚਦੇ ਇਹ ਮੇਰੇ ਕੋਲੋਂ ਪਾਪ ਹੀ ਹੋ ਗਿਆ, ਅਚਾਨਕ ਪਾਪ ਹੋ ਗਿਆ। ਮੈਂ ਤੇ ਹਿਰਣੀ ਮਾਰ ਰਿਹਾ ਸੀ, ਪਤਾ ਹੀ ਨਹੀਂ ਹਿਰਣੀ ਦੇ ਨਾਲ 2 ਛੋਟੇ ਬੱਚੇ ਉਹਦੇ ਮਰ ਗਏ, ਜਿਨ੍ਹਾਂ ਦਾ ਅਜੇ ਜਨਮ ਹੋਣਾ ਸੀਗਾ। ਇੱਕ ਤੇ ਹਤੇ 3 ਮਰ ਗਏ। ਇੱਕ ਨੂੰ ਮਾਰਦਿਆਂ ਮਾਰਦਿਆਂ 3 ਦੀ ਮੌਤ ਮੇਰੇ ਕੋਲੋਂ ਹੋ ਗਈ। ਭਾਈ ਤਲੋਕਾ ਵੇਖੇ, ਬੈਰਾਗ ਕਰੇ ਤੇ ਲਾਹਨਤਾਂ ਪਾਵੇ ਆਪਣੇ ਆਪ ਨੂੰ। ਇਹ ਪਤਾ ਕਿਉਂ ਜੀ? ਨਾਮ ਜਪ ਜਪ ਕੇ ਮਨ ਨਰਮ ਹੋਇਆ ਪਿਆ ਸੀ, ਮਨ ਕੋਮਲ ਹੋਇਆ ਪਿਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰ ਉਪਦੇਸ਼ ਕਰਿਓ ਤਬ ਸਿਮਰਨ। ਉਸੇ ਵੇਲੇ ਮਹਾਰਾਜ ਦਾ ਉਪਦੇਸ਼ ਚੇਤੇ ਕੀਤਾ ਭਾਈ ਤਲੋਕਾ ਜੀ ਨੇ, ਵੀ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ ਸੀਗਾ। ਦਇਆ ਕਰੋ ਨਹਿ ਹਨੋ ਜੀਵ ਗਨ। ਵੀ ਦਇਆ ਕਰਨੀ ਹੈ, ਹਿੰਸਾ ਨਹੀਂ ਕਰਨੀ, ਜੀਵਾਂ ਨੂੰ ਮਾਰਨਾ ਨਹੀਂ ਹੈ। ਇਹ ਤੇ ਮੇਰੇ ਕੋਲੋਂ ਪਾਪ ਹੋ ਗਿਆ। ਜੋ ਮੁਝ ਤੇ ਨਹਿ ਗਇਓ ਕਮਾਇਓ। ਇਹ ਉਪਦੇਸ਼ ਮੈਂ ਆਪਣੇ ਗੁਰੂ ਦਾ ਕਮਾ ਨਹੀਂ ਸਕਿਆ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਹੁਣ ਤੁਸੀਂ ਸੋਚੋ, ਬੜੇ ਉਪਦੇਸ਼ ਜਿਹੜੇ ਸਾਡੇ ਕੋ ਕਮਾਏ ਨਹੀਂ ਜਾਂਦੇ, ਪਰ ਅਸੀਂ ਸੋਚਦੇ ਨਹੀਂ ਕਦੇ। ਭਾਈ ਤਲੋਕਾ ਜੀ ਸੋਚਦੇ ਮੇਰੇ ਕੋਲੋਂ ਗੁਰੂ ਦਾ ਉਪਦੇਸ਼ ਕਮਾਇਆ ਨਹੀਂ ਗਿਆ। ਜਾਂ ਤੇ ਦੋਸ਼ ਅਧਿਕ ਮੈਂ ਪਾਇਓ। ਇਸੇ ਕਰਕੇ ਮੈਨੂੰ ਦੋਸ਼ ਮਿਲਿਆ, ਇਹ ਪਾਪ ਮੈਨੂੰ ਮਿਲਿਆ। ਬੱਚੇ ਤੜਪ ਤੜਪ ਕੇ ਮਰ ਗਏ। ਸ਼ਸਤਰ ਪਾਸ ਤੇ ਅਗ ਹੋਏ ਆਵੇ। ਹੁਣ ਭਾਈ ਤਲੋਕਾ ਜੀ ਸੋਚਣ ਲੱਗੇ, ਬੈਰਾਗੀ ਸਨ ਤੇ ਫਿਰ ਬੰਦਾ ਬੜਾ ਕੁਝ ਸੋਚਦਾ ਜੀ। ਭਾਈ ਤਲੋਕਾ ਜੀ ਸੋਚਣ ਲੱਗ ਪਏ ਵੀ ਮੇਰੇ ਕੋਲ ਸ਼ਸਤਰ ਨੇ, ਸ਼ਸਤਰਾਂ ਕਰਕੇ ਪਾਪ ਹੋਇਆ ਮੇਰੇ ਕੋਲ। ਤਿਆਗਨ ਕਰੋ ਨਾ ਪੁੰਨ ਕੋ ਘਾਵੈ। ਤੇ ਮੈਂ ਹੁਣ ਸ਼ਸਤਰਾਂ ਦਾ ਤਿਆਗ ਹੀ ਕਰ ਦੇਣਾ, ਦੁਬਾਰਾ ਕਿਸੇ ਨੂੰ ਮਾਰਨਾ ਨਹੀਂ। ਹੁਣ
ਬੰਦਾ ਬੈਰਾਗੀ ਹੋਇਆ ਬੜਾ ਕੁਝ ਕਰ ਬੈਠਦਾ। ਸ਼ਸਤਰ ਨਹੀਂ ਮਾੜੇ ਹੁੰਦੇ, ਸ਼ਸਤਰ ਨਹੀਂ ਮਾੜੇ ਹੁੰਦੇ। ਇਹ ਹੈ ਵੀ ਬੰਦਾ ਵਰਤੋਂ ਸਹੀ ਕਰੇ। ਹਾਂਜੀ, ਚਿੱਤ ਵਿਚਾਰ ਤਲਵਾਰ ਹਟਾਈ। ਵਿਚਾਰ ਕਰਕੇ ਤਲਵਾਰ ਰੱਖਣੀ ਛੱਡ ਦਿੱਤੀ ਵੀ ਮੈਂ ਤਲਵਾਰ ਰੱਖਣੀ ਨਹੀਂ ਕੋਲ। ਤੇਗ ਕਾਠ ਕੀ ਕਰ ਘਰ ਮੈਂ ਪਾਈ। ਤੇ ਫਿਰ ਪਤਾ ਕੀ ਕੀਤਾ ਜੀ, ਹੁਣ ਡਿਊਟੀ ਸੀ, ਬਾਦਸ਼ਾਹ ਵੇਂਦਾ ਸੀਗਾ। ਮਿਆਨ ਦੇ ਵਿੱਚ ਲੱਕੜ ਦੀ ਤਲਵਾਰ ਪਾ ਦਿੱਤੀ ਇਹਨਾਂ ਨੇ। ਪੱਤਾ ਜਿਹੜਾ ਉਹ ਲੱਕੜ ਦਾ ਕਰ ਦਿੱਤਾ ਜੀ, ਵੀ ਜੇ ਹੋਵੇ ਵੀ ਤੇ ਮੌਤ ਤੇ ਨਾ ਹੋਵੇ ਕਿਸੇ ਦੀ। ਹਾਂਜੀ, ਕਿਤਤ ਦਿਵਸ ਘਰ ਰਾਖੀ ਸੋਏ। ਕਈ ਦਿਨ ਭਾਈ ਤਲੋਕੇ ਨੇ ਉਹ ਲੱਕੜ ਦੀ ਤਲਵਾਰ ਆਪਣੇ ਗਲ 'ਚ ਰੱਖੀ ਸੀ। ਹੁਤੋ ਤੀ ਲੋਕੇ ਕੋ ਰਿਪ ਕੋਏ। ਉੱਥੇ ਫਿਰ ਇੱਕ ਭਾਈ ਤਲੋਕੇ ਨਾਲ ਉਹ ਬੰਦਾ ਸੀ ਜਿਹੜਾ ਲੱਗਦਾ ਸੀ, ਉਹ ਇਹ ਗੱਲ ਸਾਰੀ ਵੇਖ ਰਿਹਾ ਸੀਗਾ। ਗੱਜ ਕੇ ਆਖੋ ਵਾਹਿਗੁਰੂ। ਲੱਗਣ ਵਾਲੇ ਬੰਦੇ ਵੀ ਬੜੇ ਹੁੰਦੇ ਨਾ, ਧਾਰਮਿਕ ਬੰਦੇ ਦੀ ਜਦੋਂ ਚੜ੍ਹਦੀ ਕਲਾ ਹੁੰਦੀ ਹੈ ਤੇ ਫਿਰ ਲੱਗਣ ਵਾਲੇ ਵੀ ਕਈ ਹੋ ਜਾਂਦੇ। ਤਿਸਨੇ ਸਕਲ ਭੇਦ ਕੋ ਪਾਏ। ਉਹਨੇ ਵੇਖਿਆ ਵੀ ਭਾਈ ਤਲੋਕਾ ਤੇ ਲੱਕੜ ਦੀ ਤਲਵਾਰ ਰੱਖੀ ਬੈਠਾ ਹੈ। ਹਾਂਜੀ, ਚਾਰੀ ਕਰੀ ਮੁਗਲ ਢਿੱਗ ਜਾਏ। ਫਿਰ ਕੀ ਸੀਗਾ ਜੀ, ਚੁਗਲਖੋਰ ਨੇ ਚੁਗਲੀ ਕੀਤੀ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ ਉਹਨੇ ਚੁਗਲੀ ਕਰ ਦਿੱਤੀ ਜੀ ਜਾ ਕੇ। ਹਾਂਜੀ, ਕਹੈ ਤੇ ਲੋਕਾ ਵੱਡੋ ਸਿਪਾਹੀ। ਕਹਿਣ ਲੱਗਾ ਤਲੋਕੇ ਨੂੰ ਤੁਸੀਂ ਵੱਡਾ ਸਿਪਾਹੀ ਬਣਾਇਆ। ਹਾਂਜੀ, ਤੇਗ ਕਾਠ ਕੀ ਰਾਖਤ ਪਾਹੀ। ਉਹ ਤੇ ਆਪਣੇ ਕੋਲ ਲੱਕੜ ਦੀ ਤਲਵਾਰ ਰੱਖਦਾ ਹੈ। ਲੋਹ ਮੂਠ ਉੱਪਰ ਦਿਖਰਾਈ। ਬਾ ਉੱਪਰੋਂ ਹੱਥੀ ਜਿਹੜੀ ਮੁੱਠ ਜਿਹੜੀ ਉਹ ਲੋਹੇ ਦੀ ਹੈ। ਲਹਿ ਦਰਬ ਕੋ ਕਰ ਚਤੁਰਾਈ। ਤੇ ਉਹ ਬੜੀ ਚਤੁਰਾਈ ਨਾਲ ਤਨਖਾਹ ਲੈ ਰਿਹਾ। ਤੇ ਜੇ ਕੋਈ ਹਮਲਾ ਕਰਦੇ ਤੇ ਲੱਕੜ ਦੀ ਤਲਵਾਰ ਨਾਲ ਕਿਵੇਂ ਕਿਸੇ ਨੂੰ ਮਾਰੇਗਾ। ਚੁਗਲੀ ਕਰਤੀ। ਸੁਨਤ ਮੁਗਲ ਨਹਿ ਮਾਨੀ ਬਾਨੀ। ਮੁਗਲ ਨੇ ਜਦੋਂ ਗੱਲ ਸੁਣੀ ਉਹਦਾ ਮਨ ਨਹੀਂ ਮੰਨਿਆ, ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ। ਹਾਂਜੀ, ਸੂਰ ਤਿਲੋਕਾ ਮਹਾ ਗੁਮਾਨੀ। ਕਹਿੰਦਾ ਤਲੋਕਾ ਸੂਰਮਾ ਹੈ, ਮਾਣ ਹੈ ਹੁਣ ਸਾਨੂੰ ਉਹਦੇ ਤੇ, ਉਹ ਵੀ ਮਾਣ ਤਾਣ ਵਾਲਾ ਹੈ, ਸੂਰਮਾ ਹੈ ਤਲੋਕਾ। ਮੈਂ ਸਾਦਰ ਰਾਖੋਂ ਦੇ ਕਰ ਧਨ ਕੋ। ਮੈਂ ਤੇ ਤਲੋਕੇ ਨੂੰ ਸਦਾ ਆਪਣੇ ਕੋਲ ਰੱਖਦਾ, ਮਾਇਆ ਦੇਣਾ। ਜਾਨੋ ਕਾਜ ਕਰੈ ਬੜ ਰਨ ਕੋ। ਕਿਤੇ ਜੰਗ ਦੇ ਮੈਦਾਨ 'ਚ ਲੋੜ ਪੈ ਜੇ ਤੇ ਤਲੋਕਾ ਸਾਡੀ ਸਹਾਇਤਾ ਕਰੇਗਾ। ਪੁਨਹ ਮੁਗਲ ਸੰਗ ਚੁਗਲ ਉਚਾਰੈ। ਪਰ ਚੁਗਲੀ ਵਾਲੇ ਵੀ ਜਿਹੜੇ ਬੰਦੇ ਨਾ ਇਹ ਚੈਨ ਨਾ ਨਹੀਂ ਪੈਂਦੇ। ਗੱਜ ਕੇ ਆਖੋ ਭੜਕਾਈ ਜਾਣਗੇ, ਭੜਕਾਈ ਜਾਣਗੇ। ਉਹ ਚੁਗਲੀ ਵਾਲਾ ਫਿਰ ਕਹਿਣ ਲੱਗਾ ਆਪ ਸਭਾ ਲਾਵੋ ਇੱਕ ਬਾਰੇ। ਕਹਿੰਦਾ ਜੀ ਇੱਕ ਵਾਰੀ ਸਭਾ ਲਾਵੋ ਸਾਰੀ। ਹਾਂਜੀ, ਤਬੈ ਅਚਾਨਕ ਲਿਹੋ ਨਿਕਸਾਈ। ਸਾਰੀ ਸਭਾ ਵਿੱਚ ਤਲੋਕੇ ਨੂੰ ਕਿਉ ਮਿਆਨ ਚੋਂ ਤਲਵਾਰ ਕੱਢ ਕੇ ਵਿਖਾ। ਦੇਖੀ ਪਰੈ ਹੋਏ ਜਸ ਪਾਈ। ਆਪੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਹੋ ਜੀ ਤਲਵਾਰ ਹੈ ਉਹਦੀ। ਜੇਕਰ ਤੇਗ ਕਾਠ ਕੀ ਹੋਏ। ਦੇਹੋ ਨਾ ਦਰਬ ਬਿਨੌਕਰ ਸੋਏ। ਗੱਲ ਇਹ ਆ ਸੀ, ਕਹਿੰਦਾ ਜੇ ਕਿਤੇ ਤਲਵਾਰ ਲੱਕੜ ਦੀ ਨਿਕਲ ਆਈ ਨਾ ਤੇ ਫਿਰ ਪੈਸਾ ਨਾ ਉਹਨੂੰ ਕੋਈ ਦਿਓ। ਹੋਏ ਜੇ ਲੋਹਾ ਖੜਗ ਪ੍ਰਕਾਸ਼। ਤਉ ਲੇਹੋ ਦੰਡ ਜੇ ਹੋਏ ਮਮ ਪਾਸ। ਤੇ ਜੇ ਲੋਹੇ ਦੀ ਨਿਕਲੀ ਫਿਰ ਜਿੰਨਾ ਕਹੋਗੇ ਜੁਰਮਾਨਾ ਮੈਂ ਭਰ ਦਿਆਂਗਾ। ਸੁਨਤ ਮੁਗਲ ਕੈ ਸੰਸਾ ਭਇਓ। ਬਸ ਚੁਗਲੀ ਵਾਲਾ ਬੜਾ ਟ੍ਰੇਨਡ ਸੀ ਨਾ ਜੀ, ਉਹ ਮੁਗਲ ਨੂੰ ਸੁਣ ਕੇ ਤੇ ਭਾਈ ਤਲੋਕੇ ਤੇ ਸ਼ੱਕ ਹੋ ਗਿਆ। ਚੁਗਲੀ ਫਿਰ ਕਾਹਦੀ ਜੇ ਸ਼ੰਕਾ ਨਾ ਪੈਦਾ ਕਰਦੇ। ਸਕਲ ਦੀਵਾਨ ਲਾਏ ਨਿਜ ਲਿਓ। ਉਹਨੇ ਸਾਰਾ ਦੀਵਾਨ ਲਾ ਲਿਆ। ਖੜਗ ਸਿਪਰ ਧਰ ਬ੍ਰਿੰਦ ਸਿਪਾਹੀ। ਬੜੇ ਸਿਪਾਹੀ ਆਏ ਐ ਤਲਵਾਰਾਂ ਪਾ ਕੇ, ਢਾਲਾਂ ਲੈ ਕੇ ਬੈਠੇ ਸਹਿਤ ਤੇ ਲੋਕੇ ਪਾਹੀ। ਤੇ ਭਾਈ ਤਲੋਕੇ ਸਮੇਤ ਸਾਰੇ ਬੈਠੇ ਹੋਏ ਨੇ।
ਸਭਾ ਦੇ ਵਿੱਚ ਨਹੀਂ ਨਿਰਾਦਰ ਇਸ ਕੋ ਹੋਏ ਹਿਰਦੈ ਵਿਚਾਰ ਮੁਗਲ ਕੀਐ ਸੋਏ। ਮੁਗਲ ਸੋਚਦਾ ਹੈ ਵੀ ਤਲੋਕਾ ਵਧੀਆ ਬੰਦਾ ਹੈ, ਕਿਤੇ ਇਹਦੀ ਬੇਇੱਜ਼ਤੀ ਨਾ ਹੋ ਜਾਏ। ਹਾਂਜੀ, ਪ੍ਰਥਮ ਖੜਗ ਨਿਜ ਖੈਂਚ ਦਿਖਾਇਓ। ਤੇ ਪ੍ਰਥਮ ਖੜਗ ਨਿਜ ਐਂਚ ਦਿਖਾਇਓ, ਖੈਂਚ ਦਿਖਾਇਓ। ਸਭ ਤੋਂ ਪਹਿਲਾਂ ਨਾ ਉਹਨੇ ਆਪਣੀ ਤਲਵਾਰ ਕੱਢ ਕੇ ਵਿਖਾਈ ਜੀ ਮੁਗਲ ਨੇ। ਪੁੰਨ ਦੂਸਰ ਕੋ ਕਹਿ ਨਿਕਸਾਇਓ। ਦੂਜੇ ਨੂੰ ਕਿਹਾ ਹੁਣ ਤੂੰ ਕੱਢ ਕੇ ਵਿਖਾ, ਤੇਰੀ ਲਿਸ਼ਕਾਂ ਮਾਰਦੀ ਕਿ ਨਹੀਂ ਮਾਰਦੀ। ਹਾਂਜੀ, ਪੁਨਹਿ ਕਹੀ ਸਭ ਸੁਭਟ ਕਿਰਪਾਨ। ਫਿਰ ਸਾਰੇ ਛੋਟੇ ਵੱਡੇ ਸੂਰਮੇ ਜਿਹੜੇ ਐ ਕਰੋ ਦਿਖਾਵਨ ਅਲਪ ਮਹਾਨ। ਸਾਰੇ ਭਾਈ ਮੈਨੂੰ ਆਪਣੀਆਂ ਤਲਵਾਰਾਂ ਵਿਖਾਓ, ਕੱਢ ਕੱਢ ਕੇ ਵਿਖਾਓ। ਹਾਂਜੀ, ਸੁਨਤ ਮੁਗਲ ਤੇ ਡਰਤ ਤਿਰਲੋਕੇ। ਹੁਣ ਜਦੋਂ ਭਾਈ ਤਲੋਕੇ ਨੇ ਸੁਣਿਆ ਤੇ ਭਾਈ ਤ੍ਰਿਲੋਕਾ ਜੀ ਡਰ ਗਏ ਜੀ। ਹਾਂਜੀ, ਕਹੈ ਕਹਾਂ ਮਮ ਖੜਗ ਬਿਲੋਕੇ। ਕਹਿਣ ਲੱਗੇ ਵੀ ਮੈਂ ਕੀ ਤਲਵਾਰ ਵਿਖਾਵਾਂ ਆਪਣੀ। ਹਾਂਜੀ, ਤਬ ਸਤਿਗੁਰ ਉਰ ਸਿਮਰਨ ਕਰੇ। ਬਸ ਫਿਰ ਕੀ ਸੀ, ਭਾਈ ਤਲੋਕਾ ਗਜਨੀ ਚ ਹੈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਵਿੱਚ ਹਨ। ਗੱਜ ਕੇ ਆਖੋ ਵਾਹਿਗੁਰੂ। ਭਾਈ ਤਲੋਕੇ ਨੂੰ ਫਿਰ ਕੁਝ ਨਹੀਂ ਸੋਚਿਆ, ਸਭਾ 'ਚ ਮੇਰੀ ਬੇਇੱਜ਼ਤੀ ਹੋ ਜਾਏਗੀ। ਤਬ ਸਤਿਗੁਰ ਔਰ ਸਿਮਰਨ ਕਰੇ। ਆਪਣੇ ਹਿਰਦੇ ਵਿੱਚ ਭਾਈ ਤਲੋਕੇ ਨੇ ਸੱਚੀ ਸਰਕਾਰ ਗੁਰੂ ਅਰਜਨ ਦੇਵ ਜੀ ਨੂੰ ਯਾਦ ਕੀਤਾ। ਮੈਂ ਉਪਦੇਸ਼ ਆਪ ਕੋ ਧਰੇ। ਸੱਚੇ ਪਾਤਸ਼ਾਹ ਮੈਂ ਤੇ ਤੁਹਾਡਾ ਉਪਦੇਸ਼ ਹੀ ਮੰਨਿਆ ਹੈ ਨਾ। ਹਾਂਜੀ, ਰਹੋ ਅਹਿੰਸ ਤਜੀ ਤਰਵਾਰ। ਮੈਂ ਸੋਚਿਆ ਹਿੰਸਾ ਨਹੀਂ ਕਰਨੀ, ਤਲਵਾਰ ਛੱਡ ਦਿੱਤੀ ਮੈਂ। ਇਹ ਮਨ 'ਚ ਸੋਚਣ ਦੇ ਭਾਈ ਤਲੋਕਾ ਜੀ, ਬੇਨਤੀਆਂ ਕਰਨ ਦੇ ਗੁਰੂ ਅਰਜਨ ਦੇਵ ਜੀ ਨੂੰ। ਉਗਰ ਹੈ ਪਰਦਾ ਸਭਾ ਮਝਾਰ। ਪਰ ਹੁਣ ਮੇਰਾ ਪਰਦਾ ਫਾਸ਼ ਹੋ ਜਾਏਗਾ, ਬੇਇੱਜ਼ਤੀ ਹੋ ਜਾਏਗੀ ਮੇਰੀ। ਹਾਂਜੀ, ਅਬ ਮੇਰੀ ਤੁਮ ਕਰੋ ਸਹਾਈ। ਹੁਣ ਹੈ ਗੁਰੂ ਅਰਜਨ ਦੇਵ ਮਹਾਰਾਜ, ਮਹਾਰਾਜ ਮੇਰੀ ਰਾਖੀ ਕਰੋ, ਮੇਰੀ ਸਹਾਇਤਾ ਕਰੋ। ਜਥਾ ਦ੍ਰੋਪਦੀ ਲਾਜ ਬਚਾਈ। ਜਿਵੇਂ ਮਹਾਰਾਜ ਦ੍ਰੋਪਦੀ ਦੀ ਲਾਜ ਰੱਖੀ ਸੀ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਦੀਨ ਬਹੁ ਸਾਸ। ਹਾਂਜੀ, ਪਰਦਾ ਸਭੈ ਬਿਖੈ ਤਿਸ ਰਾਖਾ। ਪੁਰੀ ਨਾ ਦੁਸ਼ਟਨ ਕੀ ਅਭਿਲਾਖਾ। ਏ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਮਹਾਰਾਜ ਇੱਜ਼ਤ ਰੱਖੀ ਸੀ ਦ੍ਰੋਪਦੀ ਦੀ, ਔਰ ਆ ਪਰਦਾ ਜਿਹੜਾ ਸੀ ਉਹ ਕੱਜਿਆ ਸੀ ਮਹਾਰਾਜ। ਹਾਂਜੀ, ਮਨ ਹੀ ਮਨੈ ਮਨਾਵਤ ਗੁਰ ਕੋ। ਲਓ ਜੀ ਸਾਰੇ ਤਲਵਾਰਾਂ ਕੱਢ ਕੱਢ ਵਿਖਾ ਰਹੇ ਐ ਤੇ ਭਾਈ ਤਲੋਕਾ ਮਨ ਹੀ ਮਨ ਵਿੱਚ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਆਖੋ ਧੰਨ ਭਾਈ ਤਲੋਕਾ ਜੀ। ਦਾਹਲ ਰਹਿਓ ਨਹਿ ਧੀਰਜ ਉਰ ਕੋ। ਹਿਰਦਾ ਦਿਲ ਧੀਰਜ ਨਹੀਂ ਸੀ ਧਾਰ ਰਿਹਾ। ਹਾਂਜੀ, ਤਬ ਸਤਿਗੁਰ ਨਿਜ ਦਾਸ ਵਿਚਾਰਾ। ਭਾਈ ਤਲੋਕੇ ਦਾ ਕਨੈਕਸ਼ਨ ਪੂਰਾ ਸੀਗਾ। ਗਜਨੀ 'ਚ ਬੈਠੇ ਅਰਦਾਸਾਂ ਕਰਨ ਦੇ ਆ, ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ 'ਚ ਬੈਠੇ ਆ, ਭਾਈ ਤਲੋਕੇ ਦੀਆਂ ਅਰਦਾਸਾਂ ਸੁਣ ਰਹੇ ਨੇ। ਹਾਂਜੀ, ਭਏ ਸਹਾਇਕ ਲਾਏ ਨਾ ਬਾਰਾ। ਆਖੋ ਵਾਹਿਗੁਰੂ। ਸੰਗਤ ਜੀ ਛਿਨ ਨਹੀਂ ਲਾਇਆ, ਸੱਚੇ ਪਾਤਸ਼ਾਹ ਭਾਈ ਤਲੋਕੇ ਦੀ ਸਹਾਇਤਾ ਕਰਨ ਦੀ ਪਹੁੰਚੇ ਜੀ। ਜਬ ਸਭ ਕੇ ਇਮ ਖੜਗ ਬਿਲੋਕੇ। ਜਦੋਂ ਸਾਰਿਆਂ ਦੀਆਂ ਤਲਵਾਰਾਂ ਵੇਖੀਆਂ, ਕਹਿਓ ਕਿ ਤੂੰ ਵੀ ਦਿਖਾਓ ਤ੍ਰਿਲੋਕੇ। ਤੇ ਮੁਗਲ ਕਹਿਣ ਲੱਗਾ ਤਲੋਕਿਆ ਤੂੰ ਵੀ ਵਿਖਾ। ਕਿਸ ਪ੍ਰਕਾਰ ਕੋ ਰਖਤ ਪਾਸ। ਤੂੰ ਕੈਸੀ ਤਲਵਾਰ ਕੋਲ ਰੱਖਦਾ ਕੋ ਤਮਕਾ ਕਰਹਿ ਨਿਰਜਾਸ। ਤੇ ਤੁਹਾਡੀ ਤਲਵਾਰ ਕਿਸ ਛਾਪ ਦੀ ਹੈ, ਕਿਹਦੀ ਮੋਹਰ ਲੱਗੀ ਹੈ, ਹੁਣੇ ਨਿਰਣਾ ਕਰ ਲੈਣੇ। ਹਾਂਜੀ, ਕਹਿਓ ਤ੍ਰਿਲੋਕੇ ਤਮਕਾ ਗੁਰ ਕੋ। ਭਾਈ ਤਲੋਕਾ ਕਹਿਣ ਲੱਗਾ ਵੀ ਮੇਰੀ ਤਲਵਾਰ ਤੇ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਰਹਿ ਗਏ।